ਅਭੋਗੀ ਅਭੁਗਤੇ। ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ। ਨਮੋ ਨਿਤ ਨਾਰਾਇਣੇ ਕਰੂਰ ਕਰਮੇ। ਨਮੋ ਪ੍ਰੇਤ ਅਪ੍ਰੇਤ ਦੇਵੇਸ਼ੋ ਧਰਮੇ। ਨਮੋ ਰੋਗ ਹਰਤਾ ਨਮੋ ਰਾਗ ਰੂਪੇ। ਨਮੋ ਸ਼ਾਹ ਸ਼ਾਹੰ ਨਮੋ ਭੂਪ ਭੂਪੇ। ਨਮੋ ਨਿਤ ਨਾਰਾਇਣੇ ਕਰੂਰ ਕਰਮੇ। ਨਮੋ ਪ੍ਰੇਤ ਅਪ੍ਰੇਤ ਦੇਵੇਸ਼ੋ ਧਰਮੇ। ਨਮੋ ਰੋਗ ਹਰਤਾ ਨਮੋ ਰਾਗ ਰੂਪੇ। ਨਮੋ ਸ਼ਾਹ ਸ਼ਾਹੰ ਨਮੋ ਭੂਪ ਭੂਪੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਪਹੁੰਚ ਕੇ ਆਪ ਜੀ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰ ਰਹੇ ਹੋ। ਅੱਜ ਦਾ ਜੋ ਲੜੀਵਾਰ ਪ੍ਰਕਰਨ ਹੈ, ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਮਹਾਨ ਬਾਣੀ ਜਾਪ ਸਾਹਿਬ ਵਿੱਚੋਂ ਆਪ ਜੀ ਨੇ 53, 54 ਔਰ 55 ਇਹ 3 ਸ਼ੰਤ ਸਰਵਣ ਕੀਤੇ ਨੇ। ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਉਸਤਤ ਹਜ਼ੂਰ ਨੇ ਬੜੇ ਅਨੋਖੇ ਢੰਗ ਨਾਲ ਇਸ ਬਾਣੀ ਵਿੱਚ ਕੀਤੀ ਹੈ। ਕਹਿਣ ਲੱਗੇ, ਤੂੰ ਅਪੇਖੀ ਹੈ, ਤੇਰਾ ਕੋਈ ਭੇਖ ਨਹੀਂ ਹੈ। ਸਾਰਿਆਂ ਭੇਖਾਂ ਤੋਂ ਤੂੰ ਨਿਰਾਲਾ ਹੈ, ਵੱਡਾ ਹੈ, ਮਹਾਨ ਹੈ, ਵੱਖਰਾ ਹੈ। ਭੇਖ ਦਾ ਮਤਲਬ ਹੈ ਸਰੀਰ ਤੇ ਧਾਰਨ ਵਾਲੇ ਕੱਪੜੇ। ਜਿੰਨੇ ਵੀ ਇੱਥੇ ਧਰਮ ਪੈਦਾ ਹੋਏ ਨੇ ਇਸ ਧਰਤੀ ਤੇ, ਹਰ ਇੱਕ ਧਰਮ ਨੇ ਆਪਣੇ ਆਪਣੇ ਕੱਪੜੇ ਆਪਣੇ ਅਨੁਯਾਈਆਂ ਨੂੰ ਪਵਾਏ ਨੇ। ਉਹਦੀ ਇੱਕ ਜ਼ਰੂਰਤ ਸੀ, ਉਹਦੀ ਇੱਕ ਲੋੜ ਸੀ ਕਿ ਜਿਸ ਨੇ ਜਿਹੜਾ ਧਰਮ ਧਾਰਨ ਕਰਨਾ ਹੈ ਉਹਦੇ ਮਨ ਵਿੱਚ ਉਹਦੀ ਤਸਵੀਰ ਬਣੇ, ਉਹਦੀ ਯਾਦ ਬਣੀ ਰਵੇ। ਜ਼ਰੂਰਤ ਇਹ ਸੀ। ਜਿੰਨੇ ਵੀ ਪੈਗੰਬਰ ਹੋਏ ਨੇ ਸਾਰਿਆਂ ਨੇ ਭੇਖ ਦਿੱਤੇ ਨੇ। ਭੇਖ ਪਾਉਣਾ ਪਿਆ ਸਾਰਿਆਂ ਨੂੰ, ਭਾਵੇਂ ਕੋਈ ਕਿੰਨਾ ਖੁੱਲ੍ਹ ਖਿਆਲੀਆ ਸੀ, ਭਾਵੇਂ ਕੋਈ ਕਿੰਨਾ ਭੇਖ ਦਾ ਖੰਡਨ ਕਰਦਾ, ਅਖੀਰ ਨੂੰ ਭੇਖ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਵਿੱਚ ਕਰਨੀ ਪਈ। ਕਿਉਂਕਿ ਬੰਦੇ ਦੀ ਯਾਦ ਜਿਹੜੀ ਇਹ ਬਾਹਰਲੇ ਸਰੀਰ ਦੇ ਕੱਪੜਿਆਂ ਨਾਲ ਬੜੀ ਜੁੜੀ ਹੋਈ ਹੈ। ਉਹ ਆਪਣੇ ਆਪ ਨੂੰ ਸਮਝਦਾ ਕੀ ਹੈ, ਆਪਣਾ ਸਰੂਪ ਕੀ ਯਾਦ ਰੱਖਦਾ, ਉਹ ਜਿਵੇਂ ਦੇ ਵਸਤਰ ਪਾਉਂਦਾ ਹੈ ਉਹਦਾ ਸਰੂਪ ਉਹਦੇ ਮਨ ਵਿੱਚ ਬਣ ਜਾਂਦਾ। ਤਾਂ ਇਹਨਾਂ ਵਸਤਰਾਂ ਨੂੰ ਦਿੱਤਾ, ਭੇਖ ਦਿੱਤੇ। ਭੇਖ ਦਾ ਪ੍ਰਯੋਜਨ ਇਹ ਸੀ, ਜੇ ਕਿਸੇ ਨੂੰ ਜਨੇਊ ਪਵਾਇਆ ਤੇ ਉਹਦਾ ਪ੍ਰਯੋਜਨ ਸੀ ਜਨੇਊ ਦੇ ਵਿੱਚੋਂ ਰੱਬ ਦੀ ਯਾਦ ਬਣੀ ਰਹੇ। ਜਨੇਊ ਇੱਕ ਧਾਗਾ ਹੈ, ਧਾਗੇ ਨਾਲ ਚੀਜ਼ਾਂ ਸਿਉਈਆਂ ਜਾਂਦੀਆਂ ਨੇ। ਧੱਗ ਹੈ, ਧਾਗਾ ਹੈ, ਜਨੇਊ ਹੈ।
ਜਨੇਊ ਦਾ ਕੰਮ ਕੀ ਹੈ, ਧਾਗੇ ਦਾ ਕੀ ਕੰਮ ਹੈ, ਸੂਤਰ ਦਾ ਕੀ ਕੰਮ ਹੈ। ਸੂਤਰ ਦੇ ਕਈ ਕੰਮ ਨੇ। ਸੂਤ ਦਾ ਕੰਮ ਹੈ, ਧਾਗੇ ਦਾ ਕੰਮ ਹੈ, ਦੋ ਕੱਪੜਿਆਂ ਨੂੰ ਆਪਸ ਵਿੱਚ ਸਿਉਂ ਦੇਣਾ। ਸੂਤਰ ਦਾ ਦੂਸਰਾ ਕੰਮ ਹੈ ਕਿ ਉਹ ਜ਼ਿੰਦਗੀ ਦਾ ਇੱਕ ਸੂਤਰ ਹੈ, ਜ਼ਿੰਦਗੀ ਦਾ ਇੱਕ ਨਿਯਮ ਹੈ। ਜਿਵੇਂ ਆਪਾਂ ਕਹਿੰਦੇ ਇਸ ਸੂਤਰ ਵਿੱਚ ਸਵਾਲ ਲਿਖਿਆ ਗਿਆ। ਸੂਤਰ ਦਾ ਇੱਕ ਕੰਮ ਹੈ ਕਿ ਉਹਦੇ ਰਾਹੀਂ ਕੱਪੜਾ ਤਿਆਰ ਹੁੰਦਾ ਅਤੇ ਉਸ ਕੱਪੜੇ ਦੇ ਨਾਲ ਬੰਦੇ ਨੂੰ ਠੰਡ ਤੋਂ ਨਿਜਾਤ ਮਿਲਦੀ ਹੈ। ਸੂਤਰ ਦਾ ਇੱਕ ਕਾਰਜ ਹੈ ਕਿ ਉਹ ਬੰਦੇ ਦੇ ਨੰਗੇਜ ਨੂੰ ਢੱਕਦਾ ਹੈ। ਇਹ ਸਾਰੇ ਇਹਦੇ ਸੂਤਰ ਦੇ ਜਨੇਊ ਦੇ ਪ੍ਰਯੋਜਨ ਸਨ। ਜਨੇਊ ਤਾਂ ਕਿਸੇ ਨੇ ਪਵਾ ਦਿੱਤਾ ਕਿ ਇਸ ਧਾਗੇ ਦੇ ਰਾਹੀਂ ਜਨੇਊ ਪਾਉਣ ਵਾਲੇ ਵਿੱਚ ਯਾਦ ਬਣੀ ਰਵੇ ਕਿ ਤੂੰ ਆਪਣਾ ਜੋੜ ਰੱਬ ਨਾਲ ਪਾ ਕੇ ਰੱਖਣਾ, ਪਰਮਾਤਮਾ ਨਾਲ ਆਪਣੇ ਸੁਰਤ ਨੂੰ ਸਿਉਂ ਕੇ ਰੱਖਣਾ। ਸੋਇਨੇ ਕੀ ਸੋਈ ਰੂਪੇ ਕਾ ਧਾਗਾ, ਨਾਮੇ ਕਾ ਚਿਤ ਹਰ ਸਿਉ ਲਾਗਾ। ਸੁਰਤ ਨੂੰ ਧਾਗਾ ਬਣਾ ਲੈ, ਸੁਰਤ ਨੂੰ ਜਨੇਊ ਬਣਾ ਲੈ, ਤਾਂ ਪਵਾਇਆ ਸੀ। ਕੁਝ ਨਾ ਕੁਝ ਪ੍ਰਯੋਜਨ ਰਹੇ ਨੇ। ਧਾਰਮਿਕ ਭੇਖ ਜਿੰਨੇ ਵੀ ਦਿੱਤੇ ਗਏ ਉਹਨਾਂ ਦੇ ਆਪਣੇ ਆਪਣੇ ਕੁਝ ਨਾ ਕੁਝ ਪ੍ਰਯੋਜਨ ਸਨ। ਪਰ ਬਣਦਾ ਕੀ ਹੈ, ਸਮਾਂ ਪਾ ਕੇ ਇਹ ਸਿਰਫ ਇੱਕ ਕਰਮ ਰਹਿ ਜਾਂਦਾ। ਸੂਤ ਜਨੇਊ ਪੜ ਗਲ ਪਾਵੈ, ਹਿੰਦੂ ਕਹਿ ਕਰ ਹਿੰਦੂ ਆਵੈ। ਸੂਤ ਜਨੇਊ ਪੜ ਗਲ ਪਾਵੈ। ਤੇ ਅੱਗੇ ਬਚਨ ਕਿਹਾ, ਸੂਤ ਪਾਏ ਕਰੇ ਬੁਰਿਆਈ, ਨਹਾਤਾ ਧੋਤਾ ਥਾਏ ਨਾ ਪਾਈ। ਨਹਾ ਵੀ ਲਿਆ, ਸਭ ਮਿੱਟੀ ਹੋਰ ਲਾਈ। ਤਾਂ ਜਿਹੜੇ ਜਿਹੜੇ ਚਿੰਨ੍ਹ ਦਿੱਤੇ ਨੇ, ਜਿਵੇਂ ਸਾਨੂੰ ਸਤਿਗੁਰਾਂ ਨੇ 5 ਕਕਾਰ ਦਿੱਤੇ, ਇਹ ਵੀ ਇੱਕ ਭੇਖ ਹੈ। ਕੱਪੜੇ ਦਿੱਤੇ ਨੇ, ਜ਼ਰੂਰੀ ਹੈ। ਇਹਦਾ ਵੀ ਇੱਕ ਕਾਰਨ ਸੀ ਕਿ ਇਹ ਜਿਹੜੀ ਕਿਰਪਾਨ ਹੈ ਭੇਖ ਹੈ ਇੱਕ, ਪਰ ਇਹਦੇ ਵਿੱਚ 2 ਚੀਜ਼ਾਂ ਲੁਕੀਆਂ ਹੋਈਆਂ ਨੇ। ਇਹ ਭੇਖ ਵੀ ਹੈ, ਇਹ ਸ਼ਸਤਰ ਵੀ ਹੈ। 2 ਚੀਜ਼ਾਂ ਨੇ, 2 ਚੀਜ਼ਾਂ ਇਕੱਠੀਆਂ ਕਰ ਦਿੱਤੀਆਂ ਸਤਿਗੁਰਾਂ ਨੇ। ਇਹਦੇ ਕਈ ਅਰਥ ਨੇ। ਕਿਰਪਾਨ ਦਾ ਇੱਕ ਬਹੁਤ ਵੱਡਾ ਗੁਣ ਹੈ, ਕਿਰਪਾਨ ਦੇ ਨਾਲ ਬਹੁਤ ਇਲਾਕੇ ਜਿੱਤੇ ਲੋਕਾਂ ਨੇ ਹੱਥ ਵਿੱਚ ਫੜ ਕੇ। ਜਿਨ੍ਹਾਂ ਦੇ ਹੱਥਾਂ ਵਿੱਚ ਸ਼ਕਤੀ ਸੀ, ਸ਼ਸਤਰ ਸੀ, ਕਿਰਪਾਨ ਸੀ, ਸਾਰੀ ਦੁਨੀਆ ਜਿੱਤ ਲਈ ਉਹਨਾਂ ਨੇ। ਬੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਇਸ ਕਿਰਪਾਨ ਦੇ ਸਾਧਨ ਦੁਆਰਾ। ਪਰ ਜਦੋਂ ਇਲਾਕੇ ਜਿੱਤ ਲਏ ਤੇ ਕਿਰਪਾਨ ਫਿਰ ਆਪਣੇ ਮਿਆਨ ਵਿੱਚ ਚਲੀ ਗਈ, ਉਹਨੇ ਕੋਈ ਇਲਾਕਾ ਨਹੀਂ ਮੱਲਿਆ। ਇੰਨਾ ਕੁਝ ਦਵਾਇਆ, ਆਪ ਕੁਝ ਨਹੀਂ ਲਿਆ। ਹਜ਼ੂਰ ਨੇ ਕਿਹਾ, ਸੰਸਾਰ ਦੇ ਵਿੱਚ ਕਿਰਤ ਭਾਵੇਂ ਕਿੰਨੀ ਕਰੇ ਸਿੱਖ, ਕੰਮ ਭਾਵੇਂ ਕਿਵੇਂ ਕਰੇ, ਕਿੰਨਾ ਕਰੇ, ਜਾਇਦਾਦ ਭਾਵੇਂ ਕਿੰਨੀ ਵੱਧ ਜਾਏ, ਪਰ ਇੱਕ ਖਿਆਲ ਰੱਖੇ, ਉਹਦੇ ਮਨ ਦੀ ਜਿਹੜੀ ਬਿਰਤੀ ਉਹ ਕਿਰਪਾਨ ਵਾਲੀ ਰਹਿਣੀ ਚਾਹੀਦੀ। ਉਹਦੇ ਮਨ ਦਾ ਲੋਭ ਨਹੀਂ ਵਧਣਾ ਚਾਹੀਦਾ। ਜਿਵੇਂ ਕਿਰਪਾਨ ਮਿਆਨ ਵਿੱਚ ਸੰਜਮ ਵਿੱਚ ਚਲੀ ਜਾਂਦੀ, ਥੋੜ੍ਹੇ ਥਾਂ ਵਿੱਚ ਨਿਵਾਸ ਕਰਦੀ, ਉਹਦਾ ਦਾਇਰਾ ਬੜਾ ਛੋਟਾ ਹੈ। ਆਪਣੇ ਮਨ ਨੂੰ ਸੰਤੋਖ ਰੂਪੀ ਮਿਆਨ ਦੇ ਵਿੱਚ ਪਾ ਕੇ ਰੱਖੇ, ਜਿਵੇਂ ਤੂੰ ਕਿਰਪਾਨ ਪਾਈ ਹੋਈ ਹੈ ਆਪਣੀ ਮਿਆਨ ਦੇ ਅੰਦਰ। ਇੱਕ ਹੋਰ ਸ਼ਬਦ ਹੈ ਗਾਤਰਾ, ਜਿਹਦੇ ਵਿੱਚ ਕਿਰਪਾਨ ਪੈਂਦੀ ਹੈ। ਇਹ ਗਾਤਰਾ ਤਾਂ ਸ਼ਬਦ ਹੈ ਕਿਉਂਕਿ ਗਾਤਰਾ ਸ਼ਬਦ ਜਿਹੜਾ ਗਾਤ ਤੋਂ ਬਣਿਆ, ਤੇ ਗਾਤ ਦੇ ਅਰਥ ਨੇ ਸਰੀਰ। ਉਹ ਚੀਜ਼ ਜਿਹੜਾ ਸਿੱਖ ਆਪਣੇ ਹੱਥ ਦੇ ਨਾਲ ਹਰ ਸਮੇਂ ਰੱਖਦਾ, ਉਹਨੂੰ ਕਹਿੰਦੇ ਗਾਤਰਾ। ਗਾਤ ਦੇ ਨਾਲ ਜੁੜਿਆ ਰਹਿੰਦਾ, ਸਰੀਰ ਦੇ ਕੋਲ ਰਹਿੰਦਾ। ਇਹ ਸਾਰੇ ਭੇਖ, ਸਾਰੇ ਕੱਪੜੇ ਮੈਂ ਥੋੜ੍ਹੇ ਜਿਹੇ ਕਹਾਂਗਾ, ਨਹੀਂ ਤੇ ਬੜਾ ਲੰਮਾ ਪ੍ਰਕਰਮ ਹੈ ਭੇਖਾਂ ਦੇ। ਜਿੰਨੇ ਭੇਖ ਧਾਰਮਿਕ ਚਿੰਨ੍ਹ ਦਿੱਤੇ ਗਏ ਨੇ, ਉਹਨਾਂ ਦੇ ਪ੍ਰਯੋਜਨ ਕੀ ਨੇ। ਜੋਗੀਆਂ ਦੇ ਆਪਣੇ ਗੇਰੂਏ ਕੱਪੜੇ ਨੇ, ਉਹਨਾਂ ਦੇ ਹੱਥ ਵਿੱਚ ਖੱਪਰ ਹੈ, ਕਿਸੇ ਦੇ ਹੱਥ ਵਿੱਚ ਕਮੰਡਲ ਹੈ, ਕਿਸੇ ਦੇ ਹੱਥ ਵਿੱਚ ਡੰਡਾ ਹੈ, ਕੋਈ ਚਮੜੇ ਦੇ ਕੱਪੜੇ ਪਾਉਂਦਾ, ਕੋਈ ਹੋਰ ਕਿਸੇ ਢੰਗ ਦਾ ਭੇਖ ਧਾਰਨ ਕਰਦਾ। ਪਰ ਭੇਖ ਦਾ ਪ੍ਰਯੋਜਨ ਇੱਕੋ ਸੀ। ਇਸ ਭੇਖ ਨੂੰ ਵੇਖ ਕੇ ਬੰਦੇ ਦੇ ਮਨ ਵਿੱਚ ਰੱਬ ਦੀ ਯਾਦ ਪਰਪੱਕ ਹੋ ਜਾਏ, ਕਿਉਂਕਿ ਭੁੱਲਣ ਦੇ ਸਾਧਨ ਬੜੇ ਨੇ, ਯਾਦ ਕਰਨ ਦਾ ਸਾਧਨ ਬਹੁਤ ਘੱਟ ਹੈ। ਭੁੱਲ ਜਾਂਦੀ ਚੀਜ਼।
ਜਿਵੇਂ ਕੋਈ ਚੀਜ਼ ਚੇਤੇ ਰੱਖਣ ਵਾਸਤੇ ਇੱਕ ਨਿਸ਼ਾਨੀ ਰੱਖੀ ਜਾਂਦੀ ਵੀ ਇਹ ਕੰਮ ਕਰਨਾ। ਕਿਸੇ ਕੱਪੜੇ ਨੂੰ ਗੰਢ ਦਿੱਤੀ ਜਾਂਦੀ ਕਿ ਕਿਤੇ ਇੱਕ ਚੀਜ਼ ਵਾਰ-ਵਾਰ ਭੁੱਲ ਜਾਏ, ਭੁੱਲੇ ਨਾ ਅੰਦਰੋਂ। ਇਸ ਵਾਸਤੇ ਬਾਹਰਲੇ ਭੇਖ ਦਿੱਤੇ ਗਏ ਨੇ। ਔਰ ਯਾਦ ਰੱਖਣ ਦਾ ਸਭ ਤੋਂ ਵੱਡਾ ਤਰੀਕਾ ਹੈ ਕਿ ਭੇਖ ਦੁਆਰਾ ਰੱਬ ਨੂੰ ਚੇਤੇ ਕਰਨਾ। ਜਿਹੜਾ ਭੇਖ ਤੋਂ ਰਹਿਤ, ਉਹਦਾ ਕੋਈ ਭੇਖ ਨਹੀਂ। ਕਲਗੀਧਰ ਪਾਤਸ਼ਾਹ ਕਹਿੰਦੇ ਕਿੰਨਿਆਂ ਲੋਕਾਂ ਨੇ ਆਪਣੇ ਸਰੀਰ ਤੇ ਭੇਖ ਪਾਏ ਨੇ, ਪਰ ਤੇਰਾ ਆਪਣਾ ਭੇਖ ਕੋਈ ਨਹੀਂ। ਯਾਨੀ ਕਿ ਜਿਹੜੇ ਲੋਕ ਆਪਣੇ ਸਰੀਰ ਦੇ ਉੱਤੇ ਆਪਣੇ ਧਰਮ ਦੇ ਕੱਪੜੇ ਭੇਖ ਪਾਉਂਦੇ ਨੇ, ਉਹਨਾਂ ਦੀ ਵਰਤੋਂ ਕਰਕੇ ਜਦੋਂ ਕੋਈ ਤੇਰੇ ਤੱਕ ਜਾਂਦਾ ਹੈ, ਫਿਰ ਉਹਦਾ ਕੋਈ ਭੇਖ ਨਹੀਂ ਰਹਿੰਦਾ, ਫਿਰ ਉਹਦਾ ਕੋਈ ਵੇਸ ਨਹੀਂ ਰਹਿੰਦਾ। ਜਿਵੇਂ ਮੈਂ ਉਦਾਹਰਨ ਦਿਆਂ, ਰਵਿਦਾਸ ਜੀ ਨੇ ਬਚਨ ਕੀਤੇ ਭਗਤ ਜੀ ਨੇ। ਉਹ ਕਹਿੰਦੇ ਨੇ ਦੇਖੋ ਫਸਲ ਉੱਗੀ ਹੈ, ਪੱਤੇ ਕਿੰਨੇ ਨੇ, ਤੇ ਅੱਜ ਜ਼ਿਮੀਂਦਾਰ ਪੱਤਿਆਂ ਨੂੰ ਦਿਨ ਰਾਤ ਵੇਖ ਕੇ ਉਹਨਾਂ ਦੀ ਰਾਖੀ ਕਰਦਾ ਹੈ ਵੀ ਪੱਤਿਆਂ ਨੂੰ ਕੀੜਾ ਨਾ ਲੱਗੇ। ਮਾਲੀ ਬਾਗ ਵਿੱਚ ਹੈ, ਅੰਬ ਦੇ ਪੱਤੇ ਨੇ, ਪੱਤਿਆਂ ਦੀ ਦੇਖਭਾਲ ਕਰਦਾ ਹੈ, ਪੱਤਿਆਂ ਨੂੰ ਵੇਂਦਾ ਰਹਿੰਦਾ ਹੈ। ਉਹਨੂੰ ਕਿਸੇ ਪੁੱਛਿਆ ਵੀ ਪੱਤਿਆਂ ਦੀ ਇੰਨੀ ਸੰਭਾਲ ਕਿਉਂ ਕਰਨਾ ਹੈ, ਇਹ ਵਿਕਣਗੇ ਮੰਡੀ ਵਿੱਚ ਜਾ ਕੇ ਪੱਤੇ ਇਸ ਦੇ? ਉਹਨੇ ਕਿਹਾ ਨਹੀਂ, ਇਹਨਾਂ ਤੇ ਸੁੱਕ ਜਾਣਾ ਜਿੱਦਣ ਫਲ ਲੱਗਾ। ਫਿਰ ਇਹਨਾਂ ਦੀ ਦੇਖਭਾਲ ਕਿਉਂ ਕਰਨਾ ਹੈ, ਇਹਨਾਂ ਦੀ ਰਾਖੀ ਕਿਉਂ ਕਰਨਾ ਹੈ? ਉਹਨੇ ਕਿਹਾ ਜੇ ਪੱਤੇ ਤੰਦਰੁਸਤ ਹੋਣਗੇ ਤੇ ਤਾਂ ਹੀ ਫੁੱਲ ਤੰਦਰੁਸਤ ਹੋਵੇਗਾ। ਜੇ ਪੱਤਿਆਂ ਨੂੰ ਕੀੜਾ ਖਾ ਗਿਆ ਤੇ ਫੁੱਲ ਨੂੰ ਵੀ ਕੀੜੇ ਨੇ ਖਾਣ ਤੋਂ ਪਹਿਲਾਂ ਹੀ ਉਹਦਾ ਰੰਗ ਖਤਮ ਹੋ ਜਾਣਾ, ਉਹਦਾ ਫੁੱਲ ਵੀ ਠੀਕ ਨਹੀਂ ਆਏਗਾ। ਪੱਤੇ ਹੀ ਠੀਕ ਨਹੀਂ ਤੇ ਫੁੱਲ ਕਿਵੇਂ ਠੀਕ ਆਏਗਾ? ਫਿਰ ਉਹ ਫੁੱਲ ਨੂੰ ਸਪਰੇਅ ਕਰਦਾ, ਫਿਰ ਉਹ ਫੁੱਲਾਂ ਦੀ ਰਾਖੀ ਕਰਦਾ। ਫਿਰ ਉਹਨੂੰ ਪੁੱਛਿਆ ਵੀ ਫੁੱਲ ਤੋਂ ਕੀ ਪ੍ਰਯੋਜਨ ਤੇਰਾ? ਉਹ ਕਹਿੰਦਾ ਫੁੱਲ ਨੇ ਵੀ ਸੁੱਕ ਜਾਣਾ, ਪਰ ਇਹਦੇ ਵਿੱਚੋਂ ਇੱਕ ਫਲ ਨਿਕਲਣਾ ਹੈ। ਮੇਰੀ ਮੰਜ਼ਿਲ ਤੇ ਫਲ ਹੈ, ਪਰ ਮੈਨੂੰ ਪਤਾ ਇਸ ਗੱਲ ਦਾ ਚੰਗੀ ਤਰ੍ਹਾਂ ਹੈ, ਫਲ ਤਾਂ ਲੱਗੇਗਾ ਜੇ ਫੁੱਲ ਤੰਦਰੁਸਤ ਰਹੇਗਾ, ਤੇ ਫੁੱਲ ਤਾਂ ਤੰਦਰੁਸਤ ਰਹੇਗਾ ਜੇ ਪੱਤੇ ਠੀਕ ਹੋਣਗੇ। ਜੇ ਪੱਤੇ ਹੀ ਖਰਾਬ ਹੋ ਗਏ, ਕੀੜੇ ਨੇ ਖਾ ਲਿਆ, ਬਿਮਾਰੀ ਨੇ, ਤੇ ਫਲ ਕਿੱਥੋਂ ਮਿਲਣਾ ਹੈ? ਸੱਚ ਜਾਣੋ, ਸਰੀਰਕ ਜਿਹੜਾ ਧਰਮ ਹੈ, ਜਿਹੜਾ ਸਾਨੂੰ ਬਾਹਰੋਂ ਦਿੱਤਾ ਗੁਰੂ ਸਾਹਿਬ ਨੇ, ਜਿਹੜੀਆਂ ਬਾਹਰੋਂ ਸਾਨੂੰ ਮਰਿਆਦਾ ਦਿੱਤੀਆਂ ਨੇ, ਕੇਸ ਸਾਬਤ ਰੱਖਣੇ, 5 ਕਕਾਰਾਂ ਦੇ ਧਾਰਨੀ ਹੋਣਾ, ਖਾਣ ਪੀਣ ਦੀ ਜਿਹੜੀ ਸਤਿਗੁਰੂ ਨੇ ਜੁਗਤ ਦੱਸੀ ਹੈ, ਬੋਲਣ ਦੀ, ਵੇਖਣ ਦੀ, ਸੁਣਨ ਦੀ ਸਾਰੀ ਮਰਿਆਦਾ ਸਮਝਾਈ। ਸਾਧ ਸੰਗਤ ਤੇ ਪੱਤਿਆਂ ਵਰਗੀ ਏ। ਜੇ ਇਹਦੇ ਵਿੱਚ ਗਲਤੀ ਆ ਗਈ ਤੇ ਮਤ ਆਸ ਕਰਨਾ ਵੀ ਅੱਗੇ ਜਾ ਕੇ ਨਾਮ ਦਾ ਫਲ ਮਿਲੇਗਾ। ਫਲ ਤੇ ਕਿੱਥੋਂ ਲੱਗੇਗਾ? ਫਿਰ ਅਜੇ ਤਾਂ ਸਰੀਰ ਦੇ ਧਰਮ ਕੋਈ ਨਹੀਂ, ਅਜੇ ਤੇ ਜਾੜੀ ਬੜੀ ਖਰਾਬ ਹੈ। ਸਰੀਰ ਦੇ ਧਰਮ ਕੋਈ ਨਹੀਂ, ਸਰੀਰ ਹੀ ਕੱਟਿਆ ਵੱਢਿਆ ਹੋਇਆ, ਉਹਨੂੰ ਛਿੱਲ ਕੇ ਇੱਧਰ ਉੱਧਰ ਕਰ ਦਿੱਤਾ ਗਿਆ, ਉਹ ਹੀ ਸਿੱਧਾ ਸਾਦਾ ਨਹੀਂ ਹੈ, ਉਹਦੇ ਵਿੱਚ ਬੜੀ ਗੜਬੜ ਕਰ ਦਿੱਤੀ ਗਈ ਹੈ। ਤਾਂ ਜਦੋਂ ਪੱਤੇ ਹੀ ਖਰਾਬ ਕਰ ਦਿੱਤੇ ਗਏ, ਧਾਰਮਿਕ ਬੰਦੇ ਦੀ ਸਰੀਰਕ ਕਿਰਿਆ ਹੀ ਠੀਕ ਨਹੀਂ ਹੈ, ਉਹਦਾ ਵੇਖਣਾ ਠੀਕ ਨਹੀਂ, ਉਹਦਾ ਸੁਣਨਾ ਠੀਕ ਨਹੀਂ, ਉਹਦਾ ਬੋਲਣਾ ਠੀਕ ਨਹੀਂ, ਉਹਦਾ ਪਹਿਨਣਾ ਠੀਕ ਨਹੀਂ, ਉਹਦਾ ਸੌਣਾ ਉੱਠਣਾ ਗਲਤ ਹੈ, ਉਹਦਾ ਬਾਜ਼ਾਰ ਦੇ ਵਿੱਚ ਵਿਹਾਰ ਹੀ ਬੜਾ ਗਲਤ ਹੈ। ਤੇ ਦੱਸੋ ਇਹ ਪੱਤੇ ਹੀ ਖਰਾਬ ਹੋ ਗਏ, ਫਲ ਕਿੱਦਣ ਲੱਗਣਾ ਹੈ? ਨਹੀਂ ਲੱਗੇਗਾ। ਇਸ ਕਰਕੇ ਰਵਿਦਾਸ ਭਗਤ ਜੀ ਨੇ ਬਚਨ ਕੀਤੇ, ਕਹਿੰਦੇ ਫਲ ਕਾਰਨ ਫੂਲੀ ਬਨ ਰਾਏ। ਬਨ ਰਾਏ ਕਹਿੰਦੇ ਨੇ ਬਨਸਪਤੀ ਨੂੰ, ਫਲ ਵਾਸਤੇ ਪੱਤੇ ਨਿਕਲ ਆਏ। ਫਲ ਕਾਰਨ ਫੂਲੀ ਬਨ ਰਾਏ, ਫਲ ਹੁਆ ਤਬ ਫੂਲ ਬਿਲਾਏ। ਜਿੱਦਣ ਫਲ ਲੱਗਾ, ਜਿੱਦਣ ਸਿੱਟਾ ਲੱਗਾ, ਉਸ ਦਿਨ ਪੱਤੇ ਪੀਲੇ ਪੈ ਗਏ, ਸੁੱਕਣੇ ਸ਼ੁਰੂ ਹੋ ਗਏ। ਪਰ ਅੱਜ ਪੱਤੇ ਭਾਵੇਂ ਪੀਲੇ ਪੈ ਗਏ, ਪਰ ਇਹਨਾਂ ਪੱਤਿਆਂ ਕਰਕੇ ਅੱਜ ਦਾਣਾ ਬਹੁਤ ਸੋਹਣਾ ਲੱਗਾ, ਬੜਾ ਸੁੰਦਰ ਲੱਗ ਗਿਆ। ਫਲ ਹੁਆ ਤਬ ਫੂਲ ਬਿਲਾਏ। ਕਹਿਣ ਲੱਗੇ ਗਿਆਨੇ ਕਾਰਨ ਕਰਮ ਅਭਿਆਸ। ਗਿਆਨ ਦਾ ਫਲ ਲੈਣ ਵਾਸਤੇ, ਨਾਮ ਦੇ ਫਲ ਦੀ ਪ੍ਰਾਪਤੀ ਕਰਨ ਵਾਸਤੇ, ਉਹਦੇ ਤੱਕ ਜਾਣ ਵਾਸਤੇ ਕਰਮ ਅਭਿਆਸ, ਕਰਮਾਂ ਦਾ ਅਭਿਆਸ ਕਰਨਾ ਪੈਂਦਾ ਹੈ। ਕਰਮ 2 ਤਰ੍ਹਾਂ ਦੇ ਨੇ, ਖਿਆਲ ਰੱਖਣਾ।
दो प्रकार के कर्म ने ਜਿਹੜੇ ਬੰਦੇ ਨੂੰ ਗਿਆਨ ਦੇ ਫਲ ਤੱਕ ਲੈ ਕੇ ਜਾਂਦੇ ਨੇ। ਉਹ ਦੋਵੇਂ ਕਰਮ ਪੱਤਿਆਂ ਵਰਗੇ ਨੇ, ਸ਼ੁੱਧ ਹੋਣੇ ਚਾਹੀਦੇ। ਮੈਂ ਉਹਨਾਂ ਦੋਵਾਂ ਦਾ ਥੋੜੇ ਮਿੰਟਾਂ ਵਿੱਚ ਜ਼ਿਕਰ ਕਰਦੇ ਹਾਂ। ਦੋ ਪ੍ਰਕਾਰ ਦੇ ਕਰਮ ਕਿਹੜੇ ਨੇ? ਇੱਕ ਕਰਮ ਹੈ ਬੰਦੇ ਦੀ ਸੰਸਾਰਕ ਜ਼ਿੰਦਗੀ, ਜਿਹੜਾ ਉਹ ਸਾਰਾ ਦਿਨ ਕੰਮ ਕਰਦਾ, ਬਾਜ਼ਾਰ ਦੇ ਵਿੱਚ ਵਿਹਾਰ ਕਰਦਾ। ਇੱਕ ਉਹ ਹਿੱਸਾ ਹੈ, ਉਹ ਕਰਮ ਠੀਕ ਹੋਣੇ ਚਾਹੀਦੇ ਨੇ। ਉਹਦਾ ਸੌਦਾ ਵੇਚਣਾ ਘੱਟ ਵੱਧ ਨਹੀਂ ਹੋਣਾ ਚਾਹੀਦਾ, ਪੂਰਾ ਤੋਲਣਾ ਚਾਹੀਦਾ, ਫਿਰ ਉਹਦੇ ਕਰਮ ਸ਼ੁੱਧ ਹੋ ਗਏ। ਗਿਆਨ ਕਾਰਨ ਕਰਮ ਅਭਿਆਸ। ਜੇ ਤੂੰ ਗਿਆਨ, ਨਾਮ, ਕਿਰਪਾ, ਗੁਰੂ ਦੀ ਬਰਕਤ ਲੈਣੀ ਹੈ ਤੇ ਸੱਜਣਾ ਪਹਿਲਾਂ ਸੌਦਾ ਤੇ ਪੂਰਾ ਤੋਲ। ਉਹਦੇ ਵਿੱਚ ਤੇ ਕਮੀ, ਉਹਦੇ ਵਿੱਚ ਤੇ ਬੜਾ ਵੱਡਾ ਨੁਕਸ ਹੈ, ਉਹਦੇ ਵਿੱਚ ਬੜੀ ਕਮੀ ਹੈ। ਇੱਕ ਸੱਜਣ ਮਹਾਂਪੁਰਸ਼ਾਂ ਕੋਲ ਆਇਆ ਸੀ, ਬਾਬਾ ਹਰਬੰਸ ਸਿੰਘ ਜੀ, ਤੇ ਉਹਨੇ ਆ ਕੇ ਅੱਗੇ ਇੱਕ ਪੈਨ ਰੱਖਿਆ। ਕਹਿਣ ਲੱਗਾ ਜੀ ਤੁਸੀਂ ਪੈਨ ਨੂੰ ਹੱਥ ਲਾ ਦਿਓ, ਮੈਂ ਡਿਕਸ਼ਨਰੀ, ਕਿਤਾਬਾਂ ਦੀ, ਪੈਨ ਆਦਿ ਸਕੂਲ ਦਾ ਜਿਹੜਾ ਸਮਾਨ ਹੈ, ਮੈਂ ਸਾਰੀਆਂ ਚੀਜ਼ਾਂ ਦੀ ਦੁਕਾਨ ਖੋਲ੍ਹਣੀ, ਤੁਸੀਂ ਆ ਪੈਨ ਨੂੰ ਹੱਥ ਲਾਓ, ਮੇਰੇ ਤੇ ਬਰਕਤ। ਚਲੋ ਇੱਕ ਸਿੱਖੀ ਦਾ ਇੱਕ ਨਿਯਮ ਹੈ, ਚੰਗੀ ਗੱਲ ਹੈ। ਤਾਂ ਬਾਬਾ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਮੈਂ ਹੱਥ ਤੇ ਲਾ ਦੇਣਾ, ਮੈਨੂੰ ਕੋਈ ਕੰਜੂਸੀ ਨਹੀਂ ਇਹਦੇ ਵਿੱਚ, ਤੇਰੀ ਭਾਵਨਾ ਮੈਂ ਹੱਥ ਲਾ ਦਿਆਂਗਾ। ਤੂੰ ਕਹਿਣਾ ਵੀ ਮੇਰਾ ਕੰਮ ਚੰਗਾ ਚੱਲੇ, ਮੈਂ ਹੱਥ ਤੇ ਲਾ ਦੇਣਾ, ਪਰ ਮੇਰੀ ਗੱਲ ਵੀ ਸੁਣ ਲੈ ਧਿਆਨ ਨਾਲ। ਇਹ ਜਿਹੜੇ ਪੈਨ ਵੇਚਣੇ ਨੇ ਇਹਨਾਂ ਵਿੱਚ ਸਿਆਹੀ ਪੈਂਦੀ। ਕਹਿਣ ਲੱਗਾ ਹਾਂ, ਉਹ ਮੈਂ ਆਪ ਭਰ ਕੇ ਵੇਚਣੀ। ਉਹਨਾਂ ਨੂੰ ਪਤਾ ਸੀ ਵੀ ਲੋਕ ਸਿਆਹੀ ਘੱਟ ਪਾ ਕੇ ਵੇਚਦੇ ਨੇ, ਪੈਸੇ ਪੂਰੇ ਲੈਂਦੇ ਨੇ। ਕਹਿਣ ਲੱਗੇ ਦੁਕਾਨ ਤਾਂ ਚੱਲਣੀ ਹੈ, ਸਿਆਹੀ ਪੂਰੀ ਪਾ ਕੇ ਵੇਚਿਆ ਕਰ। ਇਸ਼ਾਰਾ ਸੀ ਉਹਨਾਂ ਦਾ। ਇਹ ਇਕੱਲੀ ਸਿਆਹੀ ਦੀ ਗੱਲ ਨਹੀਂ, ਬੜਾ ਕੁਝ ਘੱਟ ਅਸੀਂ ਕਰਨੇ ਹਾਂ, ਬਹੁਤ ਕੁਝ ਘੱਟ ਕੀਤਾ ਜਾਂਦਾ ਹੈ ਸਾਡੇ ਸਾਰੇ ਕਾਰਜ। ਔਰ ਖਾਸ ਕਰਕੇ ਇੱਕ ਗੱਲ ਅਸੀਂ ਬੜੇ ਠੋਕ ਵਜਾ ਕੇ, ਝੰਡੇ ਲਾ ਕੇ ਕਹਿੰਦੇ ਹਾਂ, ਭਾਰਤ ਜਿਹੜਾ ਹੈ, ਹਿੰਦੁਸਤਾਨ ਜਿਹੜਾ ਹੈ, ਰਿਸ਼ੀਆਂ ਮੁਨੀਆਂ ਦੀ, ਗੁਰੂਆਂ ਪੀਰਾਂ ਦੀ, ਸ਼ਹੀਦਾਂ ਦੀ ਧਰਤੀ, ਇਹਦੇ ਵਰਗਾ ਦੇਸ਼ ਹੀ ਕੋਈ ਨਹੀਂ। ਬੜੇ ਸਟੇਜਾਂ 'ਤੇ ਉੱਚੀ ਉੱਚੀ ਟਾਰਾਂ ਵੱਜਦੀਆਂ ਨੇ, ਇੱਥੋਂ ਵਰਗਾ ਕੋਈ ਦੇਸ਼ ਨਹੀਂ। ਇੱਥੇ ਇੰਨੇ ਅਵਤਾਰ ਹੋਏ, ਇੰਨੇ ਗੁਰੂ ਹੋਏ, ਇੰਨੇ ਲੋਕ ਹੋਏ ਇਸ ਧਰਤੀ 'ਤੇ। ਉੱਧਰ ਨਹੀਂ ਹੋਏ, ਪੱਛਮ ਵੱਲ ਕੈਨੇਡਾ ਅਮਰੀਕਾ ਵਿੱਚ ਨਹੀਂ ਹੋਏ ਜਿੰਨੇ ਇੱਥੇ ਹੋਏ। ਇਹ ਬੜਾ ਵੱਡਾ ਸਾਡਾ ਹੰਕਾਰ ਹੈ। ਤੇ ਅੱਜ ਤੁਸੀਂ ਟੈਸਟ ਕਰਕੇ ਵੇਖ ਲਓ, ਜਿੰਨੀ ਮਿਲਾਵਟ ਇਸ ਦੇਸ਼ ਵਿੱਚ, ਹਰ ਇੱਕ ਚੀਜ਼ ਵਿੱਚ, ਤੁਸੀਂ ਕਿਤੇ ਚਲੇ ਜਾਓ, ਕਿਸੇ ਚੀਜ਼ ਦੀ ਤਸੱਲੀ ਨਹੀਂ ਵੀ ਤੁਸੀਂ ਖਾਣਾ ਪੀਣਾ ਵੀ ਤੁਹਾਡਾ ਸ਼ੁੱਧ ਹੈ ਕਿ ਨਹੀਂ। ਜੇ ਤੁਸੀਂ ਜੂਸ ਖਰੀਦਣਾ, ਉਹਦੇ ਵਿੱਚ ਟੀਕਾ ਲੱਗਾ ਹੋਇਆ ਜ਼ਹਿਰ ਦਾ। ਜੇ ਤੁਸੀਂ ਸਬਜ਼ੀ ਖਰੀਦਣੀ, ਉਹਨੂੰ ਟੀਕਾ ਲੱਗਾ ਹੋਇਆ ਜ਼ਹਿਰ ਦਾ। ਜੇ ਤੁਸੀਂ ਦਵਾਈ ਲੈਣੀ ਹੈ ਮੈਡੀਕਲ ਤੋਂ, ਸਟੋਰ ਤੋਂ, ਉਹਦੇ ਵਿੱਚ ਨਕਲੀ ਦਵਾਈਆਂ ਨੇ। ਜੇ ਤੁਸੀਂ ਫਸਲ ਦੀ ਦਵਾਈ ਖਰੀਦਣੀ, ਉਹਦੇ ਵਿੱਚ ਨਕਲ ਹੈ। ਜੇ ਤੁਸੀਂ ਕੱਪੜਾ ਖਰੀਦਣਾ, ਉਹਦੇ ਵਿੱਚ ਜ਼ਹਿਰ ਹੈ। ਇੰਨੀਆਂ ਸਪਰੇਆਂ ਨੇ ਨਰਮੇ ਨੂੰ, ਇੰਨੀਆਂ ਦਵਾਈਆਂ ਨੇ ਉਹਦੇ ਵਿੱਚ। ਜੇ ਤੁਸੀਂ ਦੁੱਧ ਖਰੀਦਣਾ ਤੇ ਦੁੱਧ ਦੇ ਵਿੱਚ ਜ਼ਹਿਰ ਪਾਇਆ ਹੋਇਆ ਹੈ। ਜੇ ਘਿਓ ਖਰੀਦਣਾ ਤੇ ਘਿਓ ਵਿੱਚ ਮਿਲਾਵਟ ਕੀਤੀ ਹੋਈ ਹੈ। ਤੇ ਕਾਹਦਾ ਹੰਕਾਰ ਹੈ? ਗੁਰੂਆਂ ਦੀ ਧਰਤੀ, ਪੀਰਾਂ ਦੀ। ਮੈਨੂੰ ਇੰਝ ਲੱਗਦਾ ਹੈ ਕਿ ਰੱਬ ਨੇ ਇੱਥੇ ਗੁਰੂ, ਪੀਰ ਤੇ ਭਗਤ, ਪੈਗੰਬਰ ਇਸ ਦੇਸ਼ ਵਿੱਚ ਤਾਂ ਭੇਜੇ ਸਨ ਵੀ ਇੱਥੇ ਬੇਈਮਾਨ ਜ਼ਿਆਦੇ ਸਨ, ਤਾਂ ਭੇਜੇ ਉਹਨਾਂ ਨੇ ਵੀ ਇਹਨਾਂ ਨੂੰ ਥੋੜ੍ਹੀ ਜਿਹੀ ਸਿੱਖਿਆ ਆ ਜਾ, ਸਮਝਾ ਦੇਣ। ਪਰ ਸਮਝੇ ਅਸੀਂ ਅਜੇ ਵੀ ਨਹੀਂ। ਜੇ ਪੈਗੰਬਰ ਜ਼ਿਆਦੇ ਸਨ ਤੇ ਇੱਥੇ ਬੇਈਮਾਨ ਵੀ ਜ਼ਿਆਦੇ ਨੇ। ਜਦੋਂ ਕਿਰਤੀ ਸ਼ੁੱਧ ਨਹੀਂ, ਇੱਕ ਬੰਦਾ ਦੂਜੇ ਬੰਦੇ ਦੇ ਮੂੰਹ ਵਿੱਚ ਜ਼ਹਿਰ ਪਾਈ ਜਾ ਰਿਹਾ ਹੈ, ਮਾਇਆ ਵਾਸਤੇ ਧੋਖਾ ਦੇ ਰਿਹਾ ਇੱਕ ਦੂਜੇ ਨੂੰ। ਕੀ ਕਰੇਗਾ ਉਹਦਾ ਧਰਮ? ਕੀ ਕਰੇਗੀ ਰਹਿਣ ਸਬਾਈ ਉਸਦੀ? ਕੀ ਕਰੇਗੀ ਗਾਇਤਰੀ ਤੇ ਪਾਠ ਉਸ ਬੰਦੇ ਦੇ ਜਿਹਦੇ ਜੀਵਨ ਦੇ ਵਿੱਚ ਮਿਲਾਵਟ, ਖਾਣੇ ਪੀਣੇ ਵਿੱਚ ਹੀ ਮਿਲਾਵਟ ਕਰੀ ਜਾ ਰਿਹਾ? ਇਸ ਤੋਂ ਵੱਡਾ ਤੇ ਅਪਰਾਧ ਹੀ ਕੋਈ ਨਹੀਂ ਹੈ। ਕਿਸੇ ਬੰਦੇ ਦਾ ਕਤਲ ਕਰ ਦੇਣਾ ਇੰਨਾ ਪਾਪ ਨਹੀਂ ਜਿੰਨਾ ਉਹਦੇ ਖਾਣੇ ਪੀਣੇ ਵਿੱਚ ਮਿਲਾਵਟ ਕਰਨੀ ਹੈ। ਯਾਦ ਰੱਖਣਾ, ਉਹਨਾਂ ਅਪਰਾਧ ਨਹੀਂ, ਕਿਉਂਕਿ ਕਤਲ ਤੇ ਇੱਕ ਘਟਨਾ ਹੈ, ਹੋ ਗਿਆ ਖਤਮ, ਉਹਦੀ ਪ੍ਰਗਟ ਹੋ ਗਈ ਗੱਲ ਸਾਹਮਣੇ, ਸਜ਼ਾ ਮਿਲ ਗਈ ਉਹਨੂੰ,
पर ਇਹਦੀ ਕੀ ਸਜ਼ਾ ਦਿਓਗੇ? ਅਗਲੇ ਦੀ ਜੇਬ ਵੀ ਕੱਟ ਲਈ, ਉਹਨੂੰ ਧੋਖਾ ਵੀ ਦੇ ਦਿੱਤਾ, ਉਹਨੂੰ ਨਾ ਮਰਿਆਂ ਵਿੱਚ ਰਹਿਣ ਦਿੱਤਾ ਨਾ ਜਿਉਂਦਿਆਂ ਵਿੱਚ। ਇਸ ਲਈ ਇੰਜ ਲੱਗਦਾ ਹੈ ਇੱਥੇ ਅਵਤਾਰ ਸੰਤ ਭਗਤ ਜ਼ਿਆਦਾ ਤਾਂ ਆਏ ਨੇ ਕਿਉਂਕਿ ਇੱਥੇ ਗੰਦ ਹੀ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ, ਸੱਚਾਈ ਹੈ। ਤਾਂ ਇਸ ਬੇਈਮਾਨ ਲੋਕਾਂ ਦੀ ਭਰਮਾਰ ਨੂੰ ਠੀਕ ਕਰਨ ਵਾਸਤੇ ਜ਼ਿਆਦਾ ਪੈਗੰਬਰ ਇੱਥੇ ਭੇਜਣੇ ਪਏ। ਇਹ ਸੱਚ ਹੈ, ਇਹ ਪਹਿਲੀ ਤਰ੍ਹਾਂ ਦਾ ਕਰਮ ਹੈ। ਰਵਿਦਾਸ ਜੀ ਕਹਿੰਦੇ ਨੇ ਤੁਹਾਡੇ ਕਰਮ ਹੀ ਠੀਕ ਨਹੀਂ, ਤੁਹਾਡੇ ਜਪ ਤਪ ਕੀ ਕਰਨਗੇ? ਮਿਲਾਵਟ ਹੈ ਤੁਹਾਡੇ ਵਿੱਚ, ਹਰ ਇੱਕ ਚੀਜ਼ ਵਿੱਚ। ਖਾਲਸੇ ਦੇ ਅਰਥ ਕੀ ਨੇ? ਖਾਲਸੇ ਦੇ ਕੀ ਅਰਥ ਨੇ? ਖਾਲਸੇ ਦੇ ਅਰਥ ਕੇਵਲ ਇੰਨੇ ਨਹੀਂ ਕਿ ਉਹ ਵਿਸਾਖੀ ਨੂੰ ਪੀਲੀ ਪੱਗ ਬੰਨ੍ਹ ਲਏਗਾ ਜਾਂ ਉਹ ਆਪਣੇ ਆਪ ਨੂੰ ਅਕਾਲ ਪੁਰਖ ਦੀ ਫੌਜ ਜਾਂ ਹੋਰ ਨਾਵਾਂ ਨਾਲ ਸੰਬੋਧਿਤ ਕਰਾ ਲਵੇਗਾ। ਇੱਥੋਂ ਤੱਕ ਸੀਮਤ ਨਹੀਂ, ਉਹਤੇ ਜਲਾਓ ਇਹ ਸਿਰਫ ਚੰਗੀ ਗੱਲ। ਖਾਲਸ ਸ਼ਬਦ ਦੇ ਅਰਥ ਨੇ ਜਿਹਦਾ ਜੀਵਨ ਇੰਨਾ ਸ਼ੁੱਧ ਹੈ, ਉਹਦੇ ਵਿੱਚ ਮਿਲਾਵਟ ਕੋਈ ਨਹੀਂ, ਉਹਦੀ ਬੋਲ ਚਾਲ ਵਿੱਚ ਸ਼ੁੱਧਤਾ ਹੈ, ਬੇਈਮਾਨੀ ਨਹੀਂ ਹੈ, ਉਹਦੀ ਨਜ਼ਰ ਵਿੱਚ ਸ਼ੁੱਧਤਾ ਹੈ, ਉਹਦੀ ਸਰੋਤ ਵਿੱਚ ਸ਼ੁੱਧਤਾ ਹੈ, ਉਹਦਾ ਸੌਣਾ ਜਾਗਣਾ ਤੇ ਕੰਮ ਕਰਨਾ ਸਾਫ਼ ਹੈ, ਸ਼ੁੱਧ ਹੈ। ਉਹਨੂੰ ਕਹਿੰਦੇ ਖਾਲਸਾ, ਉਹਨੂੰ ਕਹਿੰਦੇ ਸ਼ੁੱਧ ਹੈ। ਖਾਲਸੇ ਦੇ ਅਖਰੀ ਅਰਥ ਨੇ ਕਿ ਜਿਹਨੂੰ ਹੋਰ ਸ਼ੁੱਧ ਨਾ ਕੀਤਾ ਜਾ ਸਕੇ। ਉਹ ਇੰਨਾ ਸ਼ੁੱਧ ਹੈ ਪਹਿਲਾਂ ਹੀ, ਉਹਨੂੰ ਹੋਰ ਸੋਧਿਆ ਹੀ ਨਹੀਂ ਜਾ ਸਕਦਾ। ਜਿਹਦੇ ਉੱਤੇ ਸੋਧ ਨਹੀਂ ਕੀਤੀ ਜਾ ਸਕਦੀ ਉਹਨੂੰ ਖਾਲਸਾ ਕਹਿੰਦੇ। ਤਾਂ ਇਹ ਗਿਆਨ ਹੈ ਕਾਰਨ ਕਰਮ ਅਭਿਆਸ, ਕਰਮਾਂ ਦਾ ਅਭਿਆਸ ਇਹ ਪਹਿਲਾ ਹੈ ਕਿ ਆਦਮੀ ਦਾ ਵਿਹਾਰ ਸ਼ੁੱਧ ਹੋ ਜਾਏ, ਉਹਦੇ ਵਿੱਚ ਮਿਲਾਵਟ ਨਹੀਂ ਹੋਣੀ ਚਾਹੀਦੀ। ਦੂਸਰੀ ਤਰ੍ਹਾਂ ਦੇ ਕਰਮ ਨੇ ਬੰਦੇ ਦੇ ਸਰੀਰਕ ਕਰਮ, ਜਿਹੜੇ ਸਾਨੂੰ ਗੁਰੂ ਨੇ ਕਰਮ ਦਿੱਤੇ ਨੇ ਨਾ, ਵੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ। ਦੂਜੀ ਤਰ੍ਹਾਂ ਦਾ ਕਰਮ ਹੈ ਨਾਮ ਜਪਣਾ, ਦੂਜੀ ਤਰ੍ਹਾਂ ਦਾ ਕਰਮ ਹੈ ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਜਿਹੜਾ ਅਧਿਆਤਮਵਾਦ ਇਹ ਵੀ ਸ਼ੁੱਧ ਹੋਣਾ ਚਾਹੀਦਾ। ਜੇ ਇਹ ਠੀਕ ਨਹੀਂ, ਜੇ ਕਰਮ ਚੰਗੇ ਕਰ ਲੈ ਤੇ ਜਪਦਾ ਨਹੀਂ, ਅੱਧਾ ਰਹਿ ਗਿਆ ਵਿੱਚੋਂ। ਜੇ ਜਪਦਾ ਤੇ ਕਰਮ ਚੰਗੇ ਨਹੀਂ, ਫਿਰ ਵੀ ਕੁਝ ਨਹੀਂ ਬਣੇਗਾ। ਬੀਜ ਤੇ ਧਰਤੀ ਇਕੱਠੇ ਹੁੰਦੇ ਨੇ ਤਾਂ ਫੁੱਲ ਖਿੜਦਾ ਹੈ। ਨਾ ਕੱਲਾ ਬੀਜ ਕੰਮ ਦੇ ਸਕਦਾ ਹੈ, ਨਾ ਕੱਲੀ ਧਰਤੀ ਕੰਮ ਦੇ ਸਕਦੀ। ਨਾ ਚੰਗੇ ਕੰਮ ਉਹਨਾਂ ਚਿਰ ਕੰਮ ਦਿੰਦੇ ਨੇ ਜਿੰਨਾ ਚਿਰ ਨਾਮ ਨਹੀਂ ਜ਼ਿੰਦਗੀ ਵਿੱਚ, ਤੇ ਨਾ ਹੀ ਗੁਰੂ ਕੇ ਸਵਾਰੇ ਉਹ ਕੱਲੀ ਧਰਤੀ ਕੰਮ ਦੇ ਸਕਦੀ। ਕੱਲਾ ਅਮਲੀ ਜੀਵਨ ਕੀ ਕਰੋਗੇ? ਫਲਾਣਾ ਬੰਦਾ ਬਹੁਤ ਸਚਿਆਰ ਹੈ, ਉਹਦੇ ਵਿੱਚ ਨਾਮ ਹੀ ਕੋਈ ਨਹੀਂ। ਨਾਮ ਬੀਜ, ਸੰਤੋਖ ਸੁਹਾਗਾ, ਸੰਤੋਖ ਦਾ ਸੁਹਾਗਾ ਫੇਰਦੇ ਉੱਤੇ। ਸੰਤੋਖ ਦਾ ਮਤਲਬ ਜਪ ਜ਼ਰੂਰ, ਮੰਗੀ ਨਾ ਕੁਝ, ਫਿਰ ਟਿਕੇਗਾ ਅੰਦਰ, ਨਹੀਂ ਤੇ ਨਹੀਂ ਟਿਕਣਾ। ਜੋ ਕੁਝ ਜਪ ਰਿਹਾ ਹੈ ਉਹਦੇ ਤਬਾਦਲੇ ਵਿੱਚ ਇੱਛਾ ਨਾ ਕਰੀ। ਜੇ ਮਨ ਟਿਕਾਉਣਾ ਹੈ, ਬੜਾ ਵੱਡਾ ਸਵਾਲ ਹੈ, ਮਨ ਨਹੀਂ ਟਿਕਦਾ। ਪਤਾ ਸਾਨੂੰ ਕਿਉਂ ਨਹੀਂ ਟਿਕਦਾ? ਇਹਦੇ ਕਾਰਨ ਇੱਕੋ ਹੀ ਨੇ, ਇੱਛਾ ਨਹੀਂ ਖਤਮ ਹੁੰਦੀ। ਇੱਛਾ ਲੈ ਕੇ ਜਪਨੇ ਆ। ਇੱਛਾ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜੋ ਹਿੱਲਦੀ ਰਹਿੰਦੀ, ਹਵਾ ਵਾਂਗੂ। ਹਵਾ ਕਦੀ ਟਿਕੇਗੀ? ਇੱਛਾ ਕਦੀ ਨਹੀਂ ਟਿਕਦੀ। ਔਰ ਇੱਛਾ ਰਵੇਗੀ ਮਨ ਵਿੱਚ ਜਿੰਨਾ ਚਿਰ, ਉਹਨਾਂ ਚਿਰ ਮਨ ਨੇ ਨਹੀਂ ਟਿਕਣਾ। ਕੋਈ ਯੋਗ ਨਹੀਂ ਟਿਕਾ ਸਕੇਗਾ ਤੁਹਾਨੂੰ। ਕੋਈ ਤੁਹਾਡੇ ਸਿਰ ਤੇ ਹੱਥ ਰੱਖ ਕੇ ਟਿਕਾ ਵੀ ਦੇ, ਜਾਂ ਕੋਈ ਸਾਧਨ ਦੱਸ ਦੇਗਾ 84 ਸਿੱਧਾਂ, 84 ਆਸਨ ਨੇ ਸਿੱਧਾਂ ਵਿੱਚ, ਉਹਨਾਂ ਨਾਲ ਮਨ ਟਿਕ ਜਾਂਦਾ ਵਿੱਚ ਵਿੱਚ। ਉਹ ਟਿਕਦਾ ਨਹੀਂ। ਉਹ ਮਨ ਨੂੰ ਇੱਕ ਤਰ੍ਹਾਂ ਦੇ ਨਾਲ ਸੁੰਨ ਕੀਤਾ ਜਾਂਦਾ ਹੈ, ਡੈਡ ਕੀਤਾ ਜਾਂਦਾ। ਜਿਵੇਂ ਕਿਸੇ ਮਰੀਜ਼ ਨੂੰ ਤੁਸੀਂ ਸੁੰਨ ਕਰ ਦਿਓ, ਉਹਦਾ ਮਤਲਬ ਉਹ ਮਰ ਥੋੜ੍ਹੀ ਗਿਆ ਹੈ। ਸੁੰਨ ਕੀਤਾ ਨਾ ਦਵਾਈ ਦੇ ਕੇ, ਉਹਨਾਂ ਚਿਰ ਉਹ ਸਰੀਰ ਡਿੱਗਾ ਰਹੇਗਾ ਉਸਦਾ। ਉਹ ਲਗਾਤਾਰ ਹੀ ਨਹੀਂ ਹੈ, ਉਹ ਸੁੰਨ ਕੀਤਾ ਗਿਆ ਕੁਝ ਸਮੇਂ ਵਾਸਤੇ, ਜਿੰਨਾ ਚਿਰ ਆਪਰੇਸ਼ਨ ਕਰਨਾ ਹੈ। ਤਾਂ ਜਿਹੜਾ ਯੋਗ ਹੈ, ਜਿਹੜੇ 84 ਆਸਨ ਨੇ, ਉਹਨਾਂ ਵਿੱਚ, ਉਹਨਾਂ ਦੀ ਸਮਾਧੀ ਵਿੱਚ ਤੇ ਨਾਮ ਦੀ ਸਹਿਜ ਸਮਾਧ ਵਿੱਚ ਫਰਕ ਕੀ ਹੈ? ਉਹ ਯੋਗ ਦੇ ਸਾਧਨ ਬੰਦੇ ਦੇ ਮਨ ਨੂੰ ਸਿਰਫ ਸੁੰਨ ਕਰਦੇ ਨੇ ਉਹਨੇ ਵਕਤ ਵਾਸਤੇ। ਜਦੋਂ ਸਮਾਧੀ ਟੁੱਟਦੀ ਫਿਰ ਉੱਥੇ ਹੀ ਆ ਗਿਆ, ਮੈਲ ਤੇ ਵਿੱਚ ਹੀ ਹੈ। ਤਾਂ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸਹਿਜ ਸਮਾਧ, ਸੁਣਿਆ ਲੱਗ ਹੈ ਸਹਿਜ ਧਿਆਨ,
ਉਹ ਸੁੰਨ ਨਹੀਂ ਕਰਦਾ, ਉਹ ਬੰਦੇ ਦੇ ਮਨ ਵਿੱਚੋਂ ਮੈਲ ਕੱਢ ਕੇ ਉਹਨੂੰ ਟਿਕਣ ਯੋਗ ਬਣਾ ਦਿੰਦਾ। ਇਸ ਕਰਕੇ ਕਹਿੰਦੇ ਨੇ ਦੂਜਾ ਧਰਮ ਜਿਹੜਾ ਇੱਛਾ ਤੋਂ ਰਹਿਤ ਜਪਿਆ ਹੋਇਆ ਨਾਮ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇਹ ਦੋ ਚੀਜ਼ਾਂ ਆ ਗਈਆਂ, ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। ਇੱਕ ਉਹਨਾਂ ਦੇ ਵਿਹਾਰ ਵਿੱਚ ਕਰਮ ਵਿੱਚ ਸ਼ੁੱਧਤਾ ਆ ਗਈ, ਦੂਜਾ ਉਹਨਾਂ ਦੇ ਜਪ ਤਪ ਦੇ ਵਿੱਚ ਸ਼ੁੱਧਤਾ ਆ ਗਈ। ਉਸ ਬੰਦੇ ਦੇ ਕਰਮ ਅਭਿਆਸ ਠੀਕ ਹੋ ਗਏ, ਫਿਰ ਉਹ ਗਿਆਨ ਦੇ ਫਲ ਤੱਕ ਚਲਾ ਜਾਏਗਾ। ਉਹਦੇ ਪੱਤੇ ਠੀਕ ਹੋ ਗਏ, ਹੁਣ ਫਲ ਵੀ ਠੀਕ ਨਿਕਲੇਗਾ। ਜੇ ਪੱਤੇ ਕਮਜ਼ੋਰ ਸਨ, ਕੀੜਾ ਲੱਗ ਗਿਆ ਸੀ, ਤੇ ਫਲ ਨੇ ਕਾਣਾ ਹੀ ਹੋਣਾ, ਉਹਦੇ ਵਿੱਚੋਂ ਕੀ ਨਿਕਲਣਾ। ਸਤਿਗੁਰੂ ਨੇ ਇਹਦੇ ਉੱਤੇ ਬੜੀ ਉਦਾਹਰਨ ਦਿੱਤੀ ਹੈ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੂਟੈ ਤਿਲ ਬਵਾੜ ਜਿਉ, ਸੁੰਝੈ ਅੰਦਰ ਖੇਤ, ਖੇਤੈ ਅੰਦਰ ਛੁਟਿਆ, ਕਹੋ ਨਾਨਕ ਸੋ ਨਾ, ਫਲੀਐ ਫੁਲੀਐ ਬਪੜੇ, ਵੀ ਤਨ ਵਿੱਚ ਸੁਆ। ਕੋਈ ਕੀੜਾ ਸੀ ਜੜ ਵਿੱਚ, ਜਿਨ੍ਹਾਂ ਨੇ ਉਸ ਦੇ ਫਲ ਜਿਹੜੇ ਨੇ ਸਵਾਹ ਨਾਲ ਭਰ ਦਿੱਤੇ। ਇਸ ਕਰਕੇ ਜਿੰਨੇ ਭੇਖ ਦਿੱਤੇ ਗਏ ਨੇ, ਉਹਨਾਂ ਦੀ ਵਰਤੋਂ ਕਰਕੇ ਬੰਦੇ ਨੇ ਭੇਖ ਤੋਂ ਅੱਗੇ ਨਿਕਲਣਾ ਹੈ। ਇਹਦੇ ਅਰਥ ਇਹ ਨਹੀਂ ਕਿ ਬਾਅਦ ਵਿੱਚ ਭੇਖ ਲਾ ਦੇਣਾ, ਨਹੀਂ, ਲਾਉਣਾ ਨਹੀਂ ਹੈ, ਭੇਖ ਛੱਡਣਾ ਨਹੀਂ। ਜਿਹੜਾ ਦਿੱਤਾ ਗਿਆ ਉਹਦਾ ਬਾਅਦ ਵਿੱਚ ਖੰਡਨ ਨਹੀਂ ਕਰਨਾ ਵੀ ਛੱਡੋ ਇਹ ਤੇ ਭੇਖ ਤੇ ਕਰਮ ਕਾਂਡ, ਇਹਦੇ ਨਾਲ ਰੱਬ ਥੋੜ੍ਹੀ ਮਿਲਦਾ। ਉਹਦੀ ਵਰਤੋਂ ਕਰ ਲੈਣੀ ਹੈ ਤੇ ਆਉਣ ਵਾਲਿਆਂ ਨੂੰ ਵੀ ਵਿਖਾਉਣਾ ਹੈ ਵੀ ਇਹਦੇ ਨਾਲ ਇਹ ਕੰਮ ਕਰੀਦਾ ਹੈ। ਇਹਨਾਂ ਭੇਖਾਂ ਦੇ ਨਾਲ, ਭੇਖ ਤੋਂ ਅਭੇਖ ਤੱਕ ਦੀ ਯਾਤਰਾ ਹੈ ਧਰਮ ਜਿਹੜਾ ਹੈ। ਭੇਖ ਤੋਂ ਤੁਰਨਾ ਹੈ, ਕਕਾਰਾਂ ਤੋਂ ਤੁਰਨਾ ਹੈ, ਤੇ ਉੱਥੇ ਤੱਕ ਚਲੇ ਜਾਣਾ ਹੈ ਜਿੱਥੇ ਭੇਖ ਨਹੀਂ ਹੈ। ਇਸ ਕਰਕੇ ਹਜ਼ੂਰ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਦੇ ਦੀਦਾਰ ਕਰਕੇ ਕਹਿੰਦੇ, ਅਭੇਖੀ ਮੈਂ ਵੇਖਿਆ ਤੇਰਾ ਕੋਈ ਭੇਖ ਨਹੀਂ। ਜਿਹੜੇ ਜਿਹੜੇ ਤੇਰੇ ਕੋਲ ਗਏ ਭੇਖ ਦੇ ਰਾਹੀਂ, ਪਰ ਜਦੋਂ ਉੱਥੇ ਚਲੇ ਗਏ ਭੇਖ ਦਾ ਚੇਤਾ ਹੀ ਭੁੱਲ ਗਿਆ ਮੈਂ ਕੌਣ ਹਾਂ। ਆਪਣੀ ਯਾਦ ਨਹੀਂ ਬਚੀ, ਆਪਣਾ ਨਾਮ ਹੀ ਨਹੀਂ ਬਚਿਆ, ਆਪਣਾ ਨਕਸ਼ਾ ਹੀ ਗੁੰਮ ਹੋ ਗਿਆ, ਆਪਣਾ ਆਪ ਮਿਟ ਗਿਆ। ਫਿਰ ਅੱਗੇ ਇੱਕ ਨਾਮ ਕਿਆ ਕਹਿੰਦੇ, ਅਭਰਮੀ। ਭਰਮ ਕਹਿੰਦੇ ਨੇ ਪਰਦਿਆਂ ਵਿੱਚ, ਭੁਲੇਖਿਆਂ ਵਿੱਚ, ਸ਼ੰਕਿਆਂ ਵਿੱਚ ਜਿਉਣ ਵਾਲਾ ਮਨੁੱਖ। ਭਰਮ ਕਹਿੰਦੇ ਨੇ ਜਿਹੜਾ ਇੱਕ ਕੰਮ ਨੂੰ ਵਾਰ-ਵਾਰ ਕਰੇ ਤੇ ਉਹਦੇ ਵਿੱਚੋਂ ਨਿਕਲੇ ਕੁਝ ਨਾ। ਭਰਮ ਕਹਿੰਦੇ ਨੇ ਜਿਹੜਾ ਕੰਮ ਕਰੀ ਜਾਏ ਉਹਦਾ ਫਲ ਕੋਈ ਨਾ ਮਿਲੇ, ਉਹ ਕਹਿੰਦੇ ਨੇ ਭਰਮ ਵਿੱਚ ਜਿਉਂਦਾ ਹੈ। ਭਰਮ ਦੇ ਅਰਥ ਨੇ ਜਿਹੜਾ ਬੰਦਾ ਜਿਹੜੀ ਚੀਜ਼ ਨੂੰ ਵੇਖਦਾ ਹੈ, ਸੋਨਾ ਵੇਖੇ ਤੇ ਉਹਨੂੰ ਮਿੱਟੀ ਦਿਸੇ, ਮਿੱਟੀ ਨੂੰ ਵੇਖੇ ਤੇ ਸੋਨਾ ਦਿਸ ਪਏ। ਜਿਹੜਾ ਪਾਣੀ ਨੂੰ ਵੇਖੇ ਤੇ ਅੱਗ ਦਿਸੇ, ਜਿਹੜਾ ਅੱਗ ਨੂੰ ਵੇਖੇ ਤੇ ਪਾਣੀ ਦਿਸੇ, ਉਹਨੂੰ ਕਹਿੰਦੇ ਨੇ ਬੰਦਾ ਭਰਮ ਵਿੱਚ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਤੂੰ ਆਪ ਭਰਮ ਤੋਂ ਉੱਚਾ ਹੈ, ਕਿਸੇ ਭਰਮ ਵਿੱਚ ਨਹੀਂ ਹੈ। ਜਿਹੜੇ ਲੋਕ ਤੇਰੇ ਤੱਕ ਗਏ, ਤੇਰੇ ਤੱਕ ਪਹੁੰਚ ਗਏ, ਫਿਰ ਉਹਨਾਂ ਨੂੰ ਭਰਮ ਵਿੱਚ ਪਾਉਣਾ ਬੜਾ ਔਖਾ ਹੈ। ਭਰਮ ਵਿੱਚ ਨਹੀਂ ਪੈ ਸਕਦੇ, ਉਹਨਾਂ ਨੂੰ ਭਰਮਾਇਆ ਨਹੀਂ ਜਾ ਸਕਦਾ। ਉਹ ਬੜੇ ਸੁਚੇਤ ਨੇ। ਇਸ ਕਰਕੇ ਕਹਿੰਦੇ ਅਭਰਮੀ, ਭਰਮ ਤੋਂ ਰਹਿਤ ਹੈ। ਤੇਰੇ ਅੰਦਰ ਕੋਈ ਭਰਮ ਨਹੀਂ, ਤੂੰ ਗਿਆਨ ਦਾ ਸਰੂਪ ਹੈ, ਬੜਾ ਸੁਚੇਤ, ਇੱਕਦਮ ਸਤਰਕ, ਸਭ ਕੁਝ ਜਾਣਨ ਵਾਲਾ। ਸੱਚ ਨੂੰ ਸੱਚ ਵੇਖ ਲੈਣਾ, ਝੂਠ ਨੂੰ ਝੂਠ ਵੇਖ ਲੈਣਾ। ਤੈਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਤੇਰੇ ਅੱਗੇ ਝੂਠੀਆਂ ਅਰਦਾਸਾਂ ਕਰਕੇ ਤੈਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਤੈਨੂੰ ਕੋਈ ਬੰਦਾ ਧੋਖਾ ਨਹੀਂ ਦੇ ਸਕਦਾ, ਭਾਵੇਂ ਕੋਈ ਕਿੰਨਾ ਯਤਨ ਕਰੇ। ਅਕਸਰ ਤੇ ਧੋਖਾ ਹੀ ਹੈ ਨਾ ਰੱਬ ਨੂੰ, ਬਈ ਪ੍ਰਾਪਤੀ ਬਹੁਤੀ ਚਾਹਣੀ ਤੇ ਕਰਨਾ ਕੁਝ ਨਾ, ਧੋਖਾ ਹੀ ਹੈ। ਜਿਵੇਂ ਕੋਈ ਬੰਦਾ ਦਿਹਾੜੀ ਕਰਨ ਜਾਏ, ਆਪਣੇ ਮਾਲਕ ਨੂੰ ਭਰਮ ਵਿੱਚ ਪਾ ਦੇ, ਧੋਖਾ ਦੇਵੇ। ਕੰਮ ਕਰੇ ਥੋੜਾ ਤੇ ਸ਼ਾਮ ਨੂੰ ਦਿਹਾੜੀ ਪੂਰੀ ਮੰਗੇ, ਜੇ ਉਹ ਨਾ ਦੇਵੇ ਤੇ ਫਿਰ ਉਹਦੀ ਬਦਨਾਮੀ ਕਰੇ। ਇਸ ਤਰ੍ਹਾਂ ਧਰਮ ਦੇ ਮਾਰਗ ਤੇ ਧਾਰਮਿਕ ਬੰਦੇ ਵੀ ਰੱਬ ਨੂੰ ਧੋਖਾ ਦੇਣਾ ਚਾਹੁੰਦੇ ਨੇ। ਦਿਹਾੜੀ ਪੂਰੀ ਕਰਦੇ ਨਹੀਂ, ਕੰਮ ਪੂਰਾ ਕਰਦੇ ਨਹੀਂ, ਅੱਧਾ ਅੱਧਾ ਕਰ ਲਿਆ, ਅੱਧਾ ਛੱਡ ਦਿੱਤਾ।
ਕੋਈ ਕੰਮ ਪੂਰਾ ਨਹੀਂ ਕਰਦੇ, ਤੇ ਜਦੋਂ ਪੂਰਾ ਨਹੀਂ ਕਰਦੇ ਮੰਗਦੇ ਪੂਰਾ ਨੇ। ਫਿਰ ਸਵਾਲ ਹੁੰਦਾ ਹੈ ਵੀ ਜੋ ਕੁਝ ਕਥਾ ਵਿੱਚ, ਕੀਰਤਨ ਵਿੱਚ, ਬਾਣੀ ਵਿੱਚ ਕਿਹਾ ਗਿਆ ਸਾਨੂੰ ਤੇ ਕੋਈ ਨਹੀਂ ਹੁੰਦਾ, ਤੇ ਹੋਣਾ ਕੀ ਹੈ, ਕੀਤਾ ਕਿਵੇਂ ਹੈ? ਪੂਰਾ ਤੇ ਕੀਤਾ ਹੀ ਕੁਝ ਨਹੀਂ। ਜਦੋਂ ਕੀਤਾ ਹੀ ਨਹੀਂ ਤੇ ਹੋਣਾ ਕੀ ਹੈ? ਇਸ ਕਰਕੇ ਰੱਬ ਨੂੰ ਕੋਈ ਭੁਲੇਖੇ ਵਿੱਚ ਨਹੀਂ ਪਾ ਸਕਦਾ, ਉਹਨੂੰ ਕੋਈ ਭਰਮ ਵਿੱਚ ਨਹੀਂ ਪਾ ਸਕਦਾ, ਉਹਨੂੰ ਧੋਖਾ ਨਹੀਂ ਦੇ ਸਕਦਾ। ਜਿੰਨਾ ਕੋਈ ਕਰੇਗਾ ਉਹਨਾਂ ਕੋ ਨੂੰ ਮਿਲ ਜਾਏਗਾ, ਉਸ ਤੋਂ ਵੱਧ ਨਹੀਂ ਹੈ। ਇਸ ਕਰਕੇ ਕਹਿੰਦੇ ਅਭਰਮੀ, ਤੂੰ ਭਰਮ ਵਿੱਚ ਨਹੀਂ ਆਉਂਦਾ, ਤੂੰ ਧੋਖੇ ਵਿੱਚ ਨਹੀਂ ਆਉਂਦਾ। ਹਜ਼ੂਰ ਅੱਗੇ ਕਹਿੰਦੇ ਅਭੋਗੀ, ਭੋਗ ਤੋਂ ਰਹਿਤ ਹੈ। ਕਿਉਂਕਿ ਭੋਗ ਜਿਹੜਾ ਹੈ ਉਹ ਰੋਗ ਨੂੰ ਜਨਮ ਦਿੰਦਾ, ਤੇ ਰੋਗ ਜਿਹੜਾ ਸੋਗ ਨੂੰ ਜਨਮ ਦਿੰਦਾ ਹੈ। ਤਿੰਨ ਚੀਜ਼ਾਂ ਜੁੜੀਆਂ ਹੋਈਆਂ ਨੇ। ਭੋਗ ਨਹੀਂ ਉਹਦੇ ਵਿੱਚ। ਭੋਗ ਦਾ ਮਤਲਬ ਉਹ ਸਰੀਰ ਦੇ ਭੋਗਾਂ ਦੇ ਵਿੱਚ ਫਸਦਾ ਨਹੀਂ, ਲਿਪਤ ਨਹੀਂ ਹੁੰਦਾ, ਇਹਨਾਂ ਤੋਂ ਉੱਚਾ ਰਹਿੰਦਾ ਹੈ। ਰਹਿੰਦਾ ਸਰੀਰਾਂ ਦੇ ਅੰਦਰ ਹੈ, ਸਾਰਿਆਂ ਵਿੱਚ ਜੋਤ ਰੂਪ ਬਣ ਕੇ ਟਿਕਿਆ ਹੋਇਆ ਹੈ। ਪਰ ਸਰੀਰ ਜਿਹੜੇ ਭੋਗ ਭੋਗਦੇ, ਜਿਵੇਂ ਕਿ ਅਸੀਂ ਰੋਟੀ ਖਾਂਦੇ ਹਾਂ, ਉਹ ਵੀ ਇੱਕ ਭੋਗ ਹੈ। ਪਾਣੀ ਪੀਣਾ, ਵੇਖਣਾ ਵੀ ਇੱਕ ਭੋਗ ਹੈ, ਸੁਣਨਾ ਵੀ ਇੱਕ ਭੋਗ ਹੈ, ਸਪਰਸ਼ ਇੱਕ ਭੋਗ ਹੈ। ਇਹਨਾਂ ਸਾਰੇ ਭੋਗਾਂ ਤੋਂ ਤੂੰ ਨਿਰਾਲਾ ਹੈ, ਉੱਚਾ ਹੈ। ਤੂੰ ਸਾਰਿਆਂ ਦੇ ਵਿੱਚ ਵੇਖਦਾ ਹੈ, ਪਰ ਦ੍ਰਿਸ਼ ਦੇ ਵਿੱਚ ਡੁੱਬਦਾ ਨਹੀਂ। ਇਹ ਫਰਕ ਹੈ। ਅਸੀਂ ਵੇਖਦੇ ਹੋਰ ਢੰਗ ਦੇ ਨਾਲ, ਵੇਖਿਆ ਤੇ ਵੇਖਣ ਵਾਲੀ ਚੀਜ਼ ਦੇ ਵਿੱਚ ਡੁੱਬ ਗਏ। ਰੱਬ ਦੀ ਨਜ਼ਰ ਹੋਰ ਤਰ੍ਹਾਂ ਦੀ, ਉਹ ਵਹਿੰਦਾ ਸਾਰਿਆਂ ਨੂੰ ਪਰ ਕਿਸੇ ਵਿੱਚ ਡੁੱਬਦਾ ਨਹੀਂ ਹੈ। ਸਾਰਿਆਂ ਤੋਂ ਵੱਖਰਾ ਰਹਿੰਦਾ ਹੈ, ਆਪਣੀ ਥਾਂ ਨਹੀਂ ਛੱਡਦਾ। ਇਸ ਲਈ ਉਹਨੂੰ ਕਹਿੰਦੇ ਅਭੋਗੀ। ਔਰ ਅਗਲਾ ਸ਼ਬਦ ਹੈ ਕਹਿੰਦੇ ਅਭੁਗਤੇ। ਅਭੁਗਤੇ ਦਾ ਮਤਲਬ ਹੈ, ਭੁਗਤ ਕਹਿੰਦੇ ਨੇ ਪਦਾਰਥ ਨੂੰ, ਖਾਣ ਵਾਲੀ ਚੀਜ਼ ਨੂੰ। ਅਭੁਗਤੇ, ਤੈਨੂੰ ਭੋਗਿਆ ਨਹੀਂ ਜਾ ਸਕਦਾ, ਯਾਨੀ ਕਿ ਤੈਨੂੰ ਮੁਕਾਇਆ ਨਹੀਂ ਜਾ ਸਕਦਾ। ਜਿਨ੍ਹਾਂ ਨੇ ਤੈਨੂੰ ਪ੍ਰਾਪਤ ਕੀਤਾ ਉਹਨਾਂ ਤੈਨੂੰ ਸਾਰੇ ਨੂੰ ਨਹੀਂ ਭੋਗਿਆ। ਥੋੜਾ ਜਿਹਾ ਆਨੰਦ ਮਿਲਿਆ, ਬਾਕੀ ਤੇ ਉਹ ਪਤਾ ਨਹੀਂ ਕਿੰਨਾ ਕੁ ਵੱਡਾ ਹੈ। ਬਹੁਤਾ ਕਹੀਏ ਬਹੁਤਾ ਹੋਏ, ਜਿੰਨਾ ਉਹਨੂੰ ਵੇਖਿਆ ਉਸ ਤੋਂ ਅੱਗੇ ਹੋਰ ਵੱਡਾ ਸੀ। ਹਜ਼ੂਰ ਕਲਗੀਧਰ ਪਾਤਸ਼ਾਹ ਐਸੇ ਅਕਾਲ ਪੁਰਖ ਨੂੰ ਨਮਸਕਾਰ ਕਰਦੇ ਨੇ, ਜਿਹੜਾ ਭੇਖਾਂ ਤੋਂ ਉੱਚਾ ਹੈ, ਭਰਮ ਤੋਂ ਰਹਿਤ ਹੈ, ਭੋਗਾਂ ਤੋਂ ਨਿਰਾਲਾ ਹੈ, ਔਰ ਜਿਸ ਨੂੰ ਕੋਈ ਪੂਰੀ ਤਰ੍ਹਾਂ ਭੋਗ ਨਹੀਂ ਸਕਦਾ ਉਹ ਅਭੁਗਤੇ ਹੈ। ਉਸ ਨੂੰ ਨਮਸਕਾਰ ਕਰਦੇ ਹੋਏ ਕਹਿੰਦੇ ਨਮੋ ਜੋਗ ਜੋਗੇਸ਼ਵਰੰ। ਨਮਸਕਾਰ ਹੈ ਤੈਨੂੰ। ਅਰਬਾਂ ਸਰੀਰਾਂ ਦੇ ਨਾਲ ਤੂੰ ਇਕੱਲਾ ਸੰਬੰਧਿਤ ਰਹਿਣਾ ਹੈ, ਸਾਰਿਆਂ ਨਾਲ ਤਾਰ ਜੋੜ ਕੇ ਰੱਖਣਾ ਹੈ। ਸਾਰਿਆਂ ਦੇ ਨਾਲ ਤੇਰੇ ਕਨੈਕਸ਼ਨ ਨੇ, ਉਹਨਾਂ ਦੀ ਖਬਰ ਹਰ ਵਕਤ ਤੇਰੇ ਕੋਲ ਆ ਰਹੀ ਹੈ। ਤੇਰਾ ਕੰਨ ਕੋਈ ਨਹੀਂ, ਪਰ ਲੱਖਾਂ ਤੇ ਕਰੋੜਾਂ ਲੋਕਾਂ ਦੀ ਇੱਕ ਇੱਕ ਦੀ ਗੱਲ ਤੂੰ ਇਕੱਲਾ ਹੀ ਸੁਣ ਲੈਣਾ। ਇੱਕੋ ਵਕਤ ਸਾਰਿਆਂ ਦੀ ਪਾਲਣਾ ਵੀ ਕਰ ਲੈਣਾ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਉਹਦੇ ਗੁਣ ਦੱਸੇ, ਕਹਿੰਦੇ ਸਾਰਿਆਂ ਨੂੰ ਇੱਕੋ ਵਕਤ ਪਾਲਦਾ ਹੈ, ਇੱਕੋ ਸਮੇਂ। ਇਸ ਕਰਕੇ ਕਹਿੰਦੇ ਤੂੰ ਜੋਗ ਜੋਗੇਸ਼ਵਰੰ, ਤੂੰ ਬੜਾ ਵੱਡਾ ਜੋਗੀ ਹੈ। ਕਿਉਂ? ਇੰਨਾ ਵੱਡਾ ਜੋਗੀ ਕਿ ਤੂੰ ਇੱਕੋ ਵਕਤ ਪਾਪੀ ਨਾਲ ਵੀ ਜੁੜਿਆ ਹੋਇਆ ਤੇ ਇੱਕੋ ਵਕਤ ਪੁੰਨੇ ਨਾਲ ਵੀ ਜੁੜਿਆ ਹੋਇਆ, ਇੱਕੋ ਵਕਤ ਬ੍ਰਹਮ ਗਿਆਨੀ ਨਾਲ ਵੀ ਜੁੜਿਆ। ਤੇਰੀ ਜਿਹੜੀ ਸਮਰੱਥਾ ਉਹ ਬੜੀ ਵੱਡੀ ਹੈ, ਨਹੀਂ ਤੇ ਬੰਦਾ ਇੱਕ ਪਾਸੇ ਹੋ ਜਾਂਦਾ, ਉਹਦਾ ਦਾਇਰਾ ਛੋਟਾ ਰਹਿੰਦਾ ਹੈ। ਇਸ ਕਰਕੇ ਜਦੋਂ ਕੋਈ ਜਿਉਂ-ਜਿਉਂ ਧਰਮ ਦੇ ਆਕਾਸ਼ ਵਿੱਚ ਯਾਤਰਾ ਨੂੰ ਵਧਾਉਂਦਾ ਹੈ, ਉਹ ਇੱਕੋ ਵਕਤ ਕਈ ਲੋਕਾਂ ਨਾਲ ਸੰਬੰਧਿਤ ਹੋਣ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ। ਜਿਹੜਾ ਪਹਿਲੀ ਕਲਾਸ ਦਾ ਉਹਦੇ ਨਾਲ ਵੀ ਗੱਲ ਕਰ ਸਕਦਾ, ਜਿਹੜਾ ਉਸ ਤੋਂ ਥੋੜ੍ਹੀ ਜਿਹੀ ਅੱਗੇ ਉਹਦੇ ਨਾਲ ਵੀ, ਜਿਹੜਾ ਬਿਲਕੁਲ ਉੱਤੇ ਉਹਦੇ ਨਾਲ ਹੋਰ ਢੰਗ ਨਾਲ ਗੱਲ ਕਰ ਲੈਂਦਾ। ਪਰਫੈਕਟ ਹੈ ਨਾ, ਯੋਗਤਾ ਆ ਗਈ। ਤੇ ਜਿਹੜਾ ਛੋਟੇ ਦਾਇਰੇ ਵਿੱਚ ਰਹੇਗਾ ਉਹ ਕਹੇਗਾ ਵੀ ਇੰਨਾ ਕੁ ਸਾਡਾ ਦਾਇਰਾ, ਇਹਦੇ ਨਾਲ ਗੱਲ ਕਰਨੀ। ਇਸ ਕਰਕੇ ਤੂੰ ਜੋਗੇਸ਼ਵਰੰ, ਤੂੰ ਬੜਾ ਵੱਡਾ ਯੋਗੀ ਹੈ। ਤੂੰ ਅਰਬਾਂ ਜੀਵਾਂ ਦੇ ਨਾਲ ਜੁੜ ਕੇ ਰਹਿਣਾ ਹੈ, ਭਾਵੇਂ ਕੋਈ ਕਿਵੇਂ ਦੇ ਨੇ, ਦ੍ਰਿਸ਼ ਦਿਸਦੇ ਹੋਏ ਜੀਵ,
ਔਰ ਨਾ ਦਿਸਦੇ ਹੋਏ, ਔਰ ਉਹਨਾਂ ਨਾਲ ਜੁੜਨ ਦੀ ਇੱਕ ਤੇਰੇ ਕੋਲ ਕਿਹੜਾ ਤਰੀਕਾ ਹੈ? ਉਸ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਪਰਮ ਜੁਗਤੇ। ਜੁਗਤੇ ਦਾ ਮਤਲਬ ਹੈ ਕਲਾ, ਸੰਬੰਧ ਜੋੜਨ ਦਾ ਤਰੀਕਾ। ਜਿਵੇਂ ਤੁਸੀਂ ਇੱਥੇ ਬੈਠੇ ਹੋ ਤਾਂ ਹਜ਼ਾਰਾਂ ਮੀਲ ਦੂਰ ਕਿਸੇ ਨਾਲ ਗੱਲ ਕਰਨੀ ਹੈ ਤੇ ਉਹਦੇ ਵਿੱਚ ਸਾਧਨ ਕਿਹੜਾ ਹੈ? ਸੈੱਲ ਫੋਨ ਦੇ ਰਾਹੀਂ। ਤੇਰੇ ਕੋਲ ਜੁਗਤ ਬੜੀ ਵੱਡੀ ਹੈ ਕਿ ਤੂੰ ਲੋਕਾਂ ਦੇ ਨਾਲ ਸੰਬੰਧਿਤ ਕਿਵੇਂ ਰਹਿਣਾ। ਜਿਨ੍ਹਾਂ ਨੂੰ ਤੂੰ ਜਾਣਦਾ ਉਹ ਤੈਨੂੰ ਨਹੀਂ ਜਾਣਦੇ, ਉਹਨਾਂ ਨੂੰ ਇਹ ਵੀ ਰੱਬ ਕਿਹੜਾ ਦੇਖ ਰਿਹਾ, ਜੋ ਮਰਜ਼ੀ ਸੋਚ ਲਈਏ। ਤੇਰੇ ਕੋਲ ਬੜੀ ਵੱਡੀ ਜੁਗਤ ਹੈ, ਤੂੰ ਦਿਸਦਿਆਂ ਨੂੰ ਵੀ ਵੇਖਣਾ, ਅਣਦਿਸਦਿਆਂ ਨੂੰ ਵੀ ਵੇਖ ਲੈਣਾ। ਅੱਗੇ ਸ਼ਬਦ ਆਉਣਗੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ। ਇਹ ਪ੍ਰੇਤ ਸ਼ਬਦ ਦੋ ਅਰਥਾਂ ਵਿੱਚ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਪ੍ਰੇਤ ਦੇ ਦੋ ਭਾਵ ਅਰਥ ਨੇ। ਇੱਕ ਤੇ ਪ੍ਰੇਤ ਜੂਨ ਹੈ, ਜਿਨ੍ਹਾਂ ਨੂੰ ਭੂਤ ਪ੍ਰੇਤ ਕਹਿੰਦੇ ਨੇ, ਤੇ ਦੂਸਰਾ ਇਹ ਬੰਦੇ ਦੇ ਮਨ ਦੀ ਬਿਰਤੀ ਹੈ, ਪ੍ਰੇਤ ਬਿਰਤੀ ਜਿਹੜੀ ਹੈ। ਇਹਨਾਂ ਦੋਵਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਗਿਆ। ਪ੍ਰੇਤ ਬਿਰਤੀ ਤੇ ਪ੍ਰੇਤ ਜੂਨੀ। ਪ੍ਰੇਤ ਬਿਰਤੀ ਮਨਮੁਖ ਨੂੰ ਕਿਹਾ ਗਿਆ ਦੀ ਬਿਰਤੀ ਜਿਹੜੀ ਹੈ ਪ੍ਰੇਤ ਵਾਲੀ ਹੈ। ਪ੍ਰੇਤ ਦੇ ਵਿੱਚ ਕਿਹੜਾ ਤੁਸੀਂ ਆਮ ਤੌਰ 'ਤੇ ਸੁਣੋਗੇ ਨਾ, ਖਾਸ ਕਰਕੇ ਪਿੰਡਾਂ ਵਿੱਚ ਜਾਂ ਹੁਣ ਤਾਂ ਸ਼ਹਿਰਾਂ ਵਿੱਚ ਹੀ ਐਵੇਂ ਗੱਲ ਕਹਿਣੀ ਗਲਤ, ਸਾਰਿਆਂ ਥਾਵਾਂ 'ਤੇ ਚੱਲਦਾ, ਕਹਿੰਦੇ ਪ੍ਰੇਤ ਇਹਨੂੰ ਚੰਬੜ ਗਿਆ। ਉਹਦਾ ਇੱਕ ਅਵਗੁਣ ਹੈ, ਉਹ ਚੰਬੜਦਾ, ਚਿਪਕਦਾ ਹੈ, ਚੰਬੜ ਜਾਂਦਾ ਹੈ। ਇਹ ਸ਼ਬਦ ਵਰਤੇ ਜਾਂਦੇ। ਉਹਦਾ ਇੱਕ ਸੁਭਾਅ ਚੰਬੜਨਾ ਹੈ। ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਮਨੁੱਖ ਹੈ ਨਾ, ਜਿਹੜਾ ਮਾਇਆ ਦੇ ਨਾਲ ਚਿਮਟ ਗਿਆ, ਚੰਬੜ ਗਿਆ, ਇਹ ਹੀ ਪ੍ਰੇਤ ਹੈ। ਹੋਰ ਕਿਹੜਾ ਪ੍ਰੇਤ ਹੈ? ਸਾਰਿਆਂ ਤੋਂ ਵੱਡਾ ਹੀ ਪ੍ਰੇਤ ਇਹ ਹੈ, ਜਿਹਨੇ ਸੰਸਾਰ ਨੂੰ ਚੰਬੜ ਗਿਆ, ਛੱਡਦਾ ਹੀ ਨਹੀਂ ਪਿਆ। ਪਹਿਲਾਂ ਕਹਿੰਦਾ ਸੀ ਵੀ ਬੱਚੇ ਆਪਣੇ ਪੁੱਤਰ ਵਿਆਹ ਲਈਏ, ਫਿਰ ਪਹਿਲਾਂ ਤੇ ਚੰਬੜੇ ਹੋਇਆ ਸੀ ਸੰਸਾਰ ਨੂੰ। ਕਹਿੰਦਾ ਸੀ ਵੀ ਛੱਡ ਦਿਆਂਗੇ ਜਿੱਦਣ ਵਿਆਹ ਗਏ। ਸ਼ਰਾਬ ਨੂੰ ਚੰਬੜਿਆ ਹੋਇਆ ਸੀ ਪਹਿਲਾਂ, ਹੁਣ ਉਹ ਵਿਆਹ ਗਏ, ਫਿਰ ਪੋਤਰਿਆਂ ਨੂੰ ਚੰਬੜ ਗਿਆ। ਇਹ ਜਿਉਂਦੇ ਭੂਤ ਨੇ। ਮਰ ਕੇ ਭੂਤ ਕੋਈ ਹੋਣਗੇ, ਉਹ ਤੇ ਕਿਸੇ ਨਾ ਕਿਸੇ ਦੇ ਸੰਪਰਕ ਵਿੱਚ ਆਉਂਦੇ। ਆਹ ਸਾਹਮਣੇ ਤੇ ਆਪਾਂ ਦੇਖ ਹੀ ਰਹੇ ਸਾਰੇ। ਪਹਿਲਾਂ ਪੁੱਤਰਾਂ ਨੂੰ ਚੰਬੜਿਆ ਸੀ, ਫਿਰ ਪੋਤਰਿਆਂ ਨੂੰ ਚੰਬੜ ਗਿਆ ਜਿਉਂਦਾ ਹੀ। ਹੁਣ ਇਹਨਾਂ ਦੀ ਸ਼ਾਦੀ ਹੋਏਗੀ ਤਾਂ ਸ਼ਰਾਬ ਛੱਡਣਾ। ਸ਼ਰਾਬ ਨੂੰ ਚੰਬੜ ਗਿਆ, ਬੈਂਕ ਦੇ ਬੈਲੈਂਸ ਨੂੰ ਚੰਬੜ ਗਿਆ, ਪਲਾਟਾਂ ਨੂੰ ਚੰਬੜ ਗਿਆ, ਪ੍ਰਾਪਰਟੀ ਨੂੰ ਚੰਬੜ ਗਿਆ, ਸਭ ਕੁਝ ਨੂੰ ਚੰਬੜਿਆ ਹੋਇਆ। ਇਹ ਬਿਰਤੀ ਕਾਹਦੀ ਹੈ? ਪ੍ਰੇਤ ਬਿਰਤੀ ਹੈ। ਉਹਦਾ ਸੁਭਾਅ ਹੈ ਚੰਬੜਨਾ ਤੇ ਛੱਡਣਾ ਨਾ। ਧਰਮ ਕੀ ਸਿਖਾਉਂਦਾ ਹੈ? ਫੜਨੀਆਂ ਤੇ ਪੈਣਗੀਆਂ ਚੀਜ਼ਾਂ ਸੰਸਾਰ ਵਿੱਚ ਰਹਿੰਦਿਆਂ। ਚੀਜ਼ਾਂ ਤੇ ਫੜਨੀਆਂ ਪੈਣਗੀਆਂ, ਮਾਇਆ ਵੀ ਫੜਨੀ ਪਏਗੀ, ਧਾਰਮਿਕ ਵੀ ਚੰਬੜਦਾ ਹੈ, ਕੋਈ ਸ਼ੱਕ ਨਹੀਂ। ਉਹ ਵੀ ਚੰਬੜਦਾ ਹੈ, ਪਰ ਚੰਬੜ ਕੇ ਛੱਡ ਦਿੰਦਾ, ਪਕੜ ਕੇ ਛੱਡ ਦਿੰਦਾ। ਉਹਦੇ ਵਿੱਚ ਪਕੜ ਇਸ ਤਰ੍ਹਾਂ ਦੀ ਹੈ ਜਿਵੇਂ ਤੁਹਾਡੀ ਗੱਡੀ ਦੀ ਬ੍ਰੇਕ ਦੇ ਲੈਦਰ ਨੇ, ਉਹ ਜਿੱਥੇ ਲੋੜ ਪੈਂਦੀ ਉਹ ਪਕੜ ਲੈਂਦੇ, ਉਹਨੂੰ ਬ੍ਰੇਕ ਦੇ ਦਿੰਦੇ ਨੇ, ਰੋਕ ਦਿੰਦੇ। ਪਰ ਹੁਣ ਲੋੜ ਨਹੀਂ, ਫਿਰ ਛੱਡ ਦਿੱਤੀ, ਫਿਰ ਉਹਨੂੰ ਚੱਲਣ ਦਿੱਤਾ। ਗੁਰਮੁਖ ਜਿਹੜਾ ਹੈ ਪਕੜਦਾ ਉਹ ਵੀ ਸੰਸਾਰ ਨੂੰ, ਉਹਦੇ ਵੀ ਲੈਦਰ ਹਨ, ਉਹਦੇ ਵਿੱਚ ਵੀ ਪਕੜ ਹੈ ਜ਼ਰੂਰ, ਪਰ ਉਹ ਵਕਤ ਵਿੱਚ ਫੜਦਾ ਤੇ ਵਕਤ ਵਿੱਚ ਛੱਡ ਦਿੰਦਾ। ਤੇ ਮਨਮੁਖ ਕੌਣ ਹੈ? ਉਹਨੇ ਪਕੜ ਹੀ ਲਿਆ, ਛੱਡਣਾ ਹੈ ਹੀ ਨਹੀਂ। ਜਾਮ ਹੋ ਗਿਆ ਜੀਵਨ, ਬ੍ਰੇਕ ਲੱਗ ਗਈ, ਬ੍ਰੇਕ ਲੱਗ ਗਈ। ਜਿੱਥੇ ਜੰਮਿਆ ਸੀ ਉੱਥੇ ਹੀ ਖੜਾ ਹੈ, ਜਿੱਥੋਂ ਸ਼ੁਰੂ ਹੋਇਆ ਸੀ ਉੱਥੇ ਹੀ ਰੁਕ ਗਈ ਗੱਡੀ। ਜਿੱਥੇ ਜੰਮਿਆ ਸੀ ਉੱਥੇ ਹੀ ਖੜਾ ਹੈ ਤੇ ਉੱਥੇ ਹੀ ਮਰੇਗਾ, ਇਸ ਤੋਂ ਅੱਗੇ ਨਹੀਂ ਜਾਏਗਾ ਕਿਤੇ, ਉੱਥੇ ਸਮਾਪਤੀ ਹੋ ਗਈ ਜੀਵਨ। ਗੁਰਮੁਖ ਦਾ ਅਰਥ ਹੈ ਜਿਹੜਾ ਸਫ਼ਰ ਵਿੱਚ, ਜਿਹੜਾ ਯਾਤਰਾ ਵਿੱਚ ਅੱਗੇ ਵਧੀ ਜਾਂਦਾ ਹੈ, ਅੱਗੇ ਨਿਕਲੀ ਜਾਂਦਾ ਹੈ, ਅੱਗੇ ਜਾਈ ਜਾਂਦਾ ਹੈ। ਇਸ ਕਰਕੇ ਪ੍ਰੇਤ ਇੱਕ ਜੋਨ ਵੀ ਹੈ, ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ। ਪਰ ਆ ਜਿੰਨੇ ਤੁਹਾਡੇ ਕੋਲ ਜਿਨ੍ਹਾਂ ਨੂੰ ਲੋਕ ਸਿਆਣੇ ਕਹਿੰਦੇ ਨੇ ਨਾ, ਜਿੰਨਾ ਕੋਈ ਇਹਨਾਂ ਨੇ ਜਾਲ ਪਾਇਆ, ਇੰਨੇ ਭੂਤ ਨਹੀਂ ਹੁੰਦੇ। ਜਿਹੜਾ ਗਿਆ ਕਹਿੰਦੇ ਇਹਨੂੰ ਵੀ ਭੂਤ ਚੰਬੜਿਆ ਹੋਇਆ, ਜਿਹੜਾ ਗਿਆ ਸਾਰਿਆਂ ਨੂੰ ਇੱਕੋ ਰਸੇ, ਸਭ।
ਜਿਹਦੀ ਅੱਖ ਫਰਕਣ ਲੱਗ ਪਈ ਇਹਨੂੰ ਵੀ ਚੰਬੜਿਆ, ਜਿਹਦਾ ਥੋੜ੍ਹਾ ਜਿਹਾ ਸਿਰ ਦਰਦ ਹੋਇਆ ਇਹਨੂੰ ਵੀ ਹੈ। ਨਹੀਂ, ਇਸ ਤਰ੍ਹਾਂ ਕੁਦਰਤ ਦਾ ਨਿਯਮ ਨਹੀਂ ਹੈ। ਉਹ ਜਿਹੜੀਆਂ ਜੂਨਾਂ ਨੇ ਉਹ ਬੰਦੇ ਨਾਲ ਸੰਬੰਧਿਤ ਉਦੋਂ ਹੁੰਦੀਆਂ ਨੇ ਜਦੋਂ ਉਹਨਾਂ ਦੇ ਕਰਮਾਂ ਦਾ ਲੈਣ ਦੇਣ ਹੈ, ਉਦੋਂ ਸੰਬੰਧਿਤ ਹੁੰਦੀਆਂ ਨੇ। ਵੈਸੇ ਨਹੀਂ। ਕੋਈ ਲੈਣ ਦੇਣ ਹੈ, ਜਿਵੇਂ ਦੋ ਸਰੀਰਾਂ ਦਾ ਲੈਣ ਦੇਣ ਹੈ ਨਾ ਆਪਸ ਵਿੱਚ। ਅਸੀਂ ਕਿਸੇ ਬੰਦੇ ਨੂੰ ਦੁਖੀ ਕਰ ਦਿੱਤਾ ਬਹੁਤ ਜ਼ਿਆਦਾ, ਆਪਣੇ ਫੀਲਡ ਵਿੱਚ ਆਪਣੇ ਨਾਲ ਦੇ ਨੂੰ ਦੁਖੀ ਕਰ ਦਿੱਤਾ, ਤੇ ਉਹ ਲੈਣ ਦੇਣ ਖਤਮ ਨਹੀਂ ਹੋਇਆ। ਉਹ ਵਿਚਾਰਾ ਕਮਜ਼ੋਰ ਸੀ, ਉਹ ਅੱਗੋਂ ਜਵਾਬ ਨਹੀਂ ਦੇ ਸਕਿਆ ਜਿਹਨੂੰ ਦੁੱਖ ਦਿੱਤਾ ਇੱਕ ਸਰੀਰ ਨੇ ਦੂਜੇ ਨੂੰ। ਤੇ ਬਾਅਦ ਵਿੱਚ ਕੀ ਹੋਇਆ, ਸਮਾਂ ਪਾ ਕੇ ਦੋਵਾਂ ਦੀ ਮੌਤ ਹੋ ਗਈ। ਇੱਕ ਨੇ ਦੂਜੇ ਨੂੰ ਦੁੱਖ ਦਿੱਤਾ ਸੀ, ਹੁਣ ਉਹਨਾਂ ਦਾ ਹਿਸਾਬ ਬਚ ਗਿਆ। ਹੁਣ ਅੱਗੇ ਕੀ ਵਾਪਰਿਆ ਵੀ ਇੱਕ ਨੂੰ ਤੇ ਸਰੀਰ ਮਿਲ ਗਿਆ, ਜਿਹਨੇ ਦੁੱਖ ਦਿੱਤਾ ਸੀ ਉਹਨੂੰ ਸਰੀਰ ਮਿਲ ਗਿਆ, ਤੇ ਜਿਹਨੂੰ ਦੁੱਖ ਦਿੱਤਾ ਸੀ ਉਹਦੀ ਪ੍ਰਾਲਬਧ ਅਜੇ ਬਣੀ ਨਹੀਂ ਸੀ, ਉਹਨੂੰ ਸਰੀਰ ਨਹੀਂ ਮਿਲਿਆ। ਹੁਣ ਉਹਨੇ ਹਿਸਾਬ ਤੇ ਲੈਣਾ ਨਾ, ਉਹ ਸਰੀਰ ਵਾਲੇ ਤੋਂ ਲਏਗਾ ਹਿਸਾਬ। ਉਹ ਫਿਰ ਸੰਬੰਧਿਤ ਹੋ ਜਾਏਗਾ, ਉਹਦੇ ਨਾਲ ਜੁੜੇਗਾ। ਹੁਣ ਉਹਦਾ ਇਲਾਜ ਗੁਰੂ ਕੋਲ ਹੀ ਸਿਰਫ, ਹੋਰ ਕਿਸੇ ਕੋਲ ਆਏ ਨਹੀਂ, ਕਿਉਂਕਿ ਉਹ ਲੈਣਾ ਦੇਣਾ ਕਰਮਾਂ ਦਾ ਹਿਸਾਬ ਹੈ। ਕੁਦਰਤ ਵੀ ਉਹਦੇ ਵਿੱਚ ਬਹੁਤਾ ਦਖਲ ਨਹੀਂ ਦਿੰਦੀ, ਲੈਣ ਦੇਣ ਹੈ। ਇਸ ਲਈ ਕਹਿੰਦੇ ਨੇ ਦੁੱਖ ਨਾ, ਜੇ ਤੂੰ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ ਤੇ ਦੁਖੀ ਨਾ ਕਰੀਂ, ਹੋ ਸਕੇ ਤਾਂ ਸੁਖੀ ਕਰ, ਪਰ ਕਿਸੇ ਨੂੰ ਗੁਪਤ ਨਾ ਸਤਾ। ਇਹ ਖਿਆਲ ਰੱਖਣਾ। ਇੱਕ ਹੁੰਦਾ ਪ੍ਰਗਟ ਤੌਰ ਤੇ ਸਿੱਧਾ ਵਿਰੋਧ ਕਰ ਦੇਣਾ ਵੀ ਮੈਂ ਤੇਰੇ ਵਿਰੋਧ ਵਿੱਚ ਹਾਂ, ਸਿੱਧਾ ਬੋਲ ਦੇਣਾ, ਉਹਨੂੰ ਦੱਸ ਦੇਣਾ ਵੀ ਮੈਂ ਤੇਰਾ ਵਿਰੋਧੀ ਹਾਂ ਤੇ ਮੈਂ ਤੇਰਾ ਕਰਨੇ ਨੁਕਸਾਨ। ਇਹ ਸਿੱਧਾ ਅਪਰਾਧ ਹੈ, ਇਹ ਛੇਤੀ ਹਿਸਾਬ ਹੋ ਜਾਏਗਾ। ਪਰ ਤੁਸੀਂ ਕਈ ਵਾਰੀ ਘਰਾਂ ਵਿੱਚ, ਪਰਿਵਾਰਾਂ ਵਿੱਚ, ਥਾਵਾਂ ਵਿੱਚ ਵੇਖੋਗੇ, ਇੱਕ ਸਰੀਰ ਹੈ ਦੂਜੇ ਨੂੰ ਗੁਪਤ ਕੋਹ ਕੇ ਮਾਰ ਰਿਹਾ, ਅੰਦਰ ਚਾਰ ਦੀਵਾਰੀ ਦੇ ਦੁਖੀ ਕਰ ਰਿਹਾ। ਉਹ ਵਿਚਾਰੀ, ਇਹ ਆਮ ਤੌਰ ਤੇ ਨੂੰਹ ਸੱਸ ਦੀ ਲੜਾਈ ਹੈ। ਜੇ ਤੇ ਸੱਸ ਦੇ ਹੱਥ ਵਿੱਚ ਆ ਗਈ ਤਾਕਤ, ਉਹਨੇ ਨੂੰਹ ਨੂੰ ਪੇੜ ਦਿੱਤਾ ਗੁਪਤ ਤੌਰ ਤੇ। ਜੇ ਕੋਈ ਬਾਹਰੋਂ ਆਇਆ ਤੇ ਉਹਨੂੰ ਇਹ ਵੀ ਧਮਕਾਇਆ ਵੀ ਹੱਸ ਕੇ ਬੋਲਣਾ, ਦੱਸਣਾ ਨਹੀਂ ਬਾਹਰ। ਤੇ ਕਿਤੇ ਕਿਤੇ ਨੂੰਹ ਦੇ ਹੱਥ ਵਿੱਚ ਸੱਸ ਆ ਗਈ, ਉਹਨੇ ਪੇੜ ਦਿੱਤਾ, ਖਾਣ ਲਈ ਰੋਟੀ ਨਹੀਂ ਦੇਣੀ ਵਧੀਆ, ਆਪਣਾ ਖਾਣਾ ਪੀਣਾ ਵਧੀਆ ਕਰ ਲੈਣਾ, ਉਧਰ ਧੋਖਾ ਦੇਣਾ। ਉਹਨੂੰ ਕਹਿੰਦੇ ਨੇ ਘੁੱਟ ਘੁੱਟ ਜੀਆਂ ਖਾਵਣੇ, ਉਹਨੂੰ ਕਹਿੰਦੇ ਨੇ ਜਿਉਂਦੇ ਬੰਦੇ ਦਾ ਖੂਨ ਪੀਣਾ, ਜਿਉਂਦੇ ਆਦਮੀ ਨੂੰ ਸਤਾਉਣਾ, ਦੁਖੀ ਕਰਨਾ। ਹੁਣ ਜਦੋਂ ਇਹ ਹਾਲਾਤ ਦੇ ਵਿੱਚ ਰਹਿ ਕੇ ਮੌਤ ਹੁੰਦੀ ਏ, ਜਿਹਨੇ ਗੁਪਤ ਦੁੱਖ ਦਿੱਤਾ ਸੀ ਉਹਨੂੰ ਦੁੱਖ ਗੁਪਤ ਹੀ ਮਿਲਦਾ। ਕੁਦਰਤ ਦਾ ਨਿਯਮ ਹੈ, ਕੋਈ ਨਹੀਂ ਛਡਾ ਸਕਦਾ ਇਹਦੇ ਤੋਂ, ਉਹ ਪੂਰਾ ਕਰਨਾ ਪਏਗਾ। ਸਿਰਫ ਗੁਰੂ ਛਡਾ ਸਕਦਾ ਹੈ, ਸਿਰਫ ਸਾਧ ਸੰਗਤ ਕੋਲ ਉਧਾਰ ਹੈ, ਕੋਈ ਸ਼ੱਕ ਨਹੀਂ, ਨਹੀਂ ਤੇ ਦੂਸਰਾ ਨਹੀਂ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਕੌਣ ਆਏਗਾ ਵਿੱਚ ਗੁਰੂ ਤੋਂ ਬਿਨਾਂ? ਗੁਰੂ ਨੇ ਵੀ ਫਿਰ ਤਰੀਕੇ ਨਾਲ ਹੀ ਮੁਕਾਉਣਾ ਹੈ। ਇਸ ਕਰਕੇ ਦੁੱਖ ਕਿਸੇ ਨੂੰ ਗੁਪਤ ਨਹੀਂ ਦੇਣਾ ਚਾਹੀਦਾ। ਬੜਾ ਖਤਰਨਾਕ ਤਰੀਕਾ ਹੈ ਆਪਣੀ ਜ਼ਿੰਦਗੀ ਨਾਲ ਧੋਖਾ ਦੇਣ ਦਾ। ਕਿਸੇ ਬੰਦੇ ਨੂੰ ਗੁਪਤ ਨਹੀਂ ਸਤਾਉਣਾ ਚਾਹੀਦਾ, ਵਿਚਾਰਾ ਦੱਸ ਵੀ ਨਾ ਸਕੇ ਤੇ ਦੁਖੀ ਵੀ ਹੋਵੇ। ਇਸ ਕਰਕੇ ਪ੍ਰੇਤ ਸ਼ਬਦ ਜਿਹੜਾ ਹੈ ਉਹ ਦੋ ਤਰ੍ਹਾਂ ਦਾ ਹੈ। ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ, ਦੁੱਖ ਬੜੇ ਨੇ। ਵਾਸ਼ਨਾ 1000 ਬੰਦੇ ਜਿੰਨੀ ਹੈ, ਵਾਸ਼ਨਾ ਪੂਰੀ ਕਰਨ ਦਾ ਸੌਰਸ ਕੋਈ ਵੀ ਨਹੀਂ, ਸਰੀਰ ਹੈ ਹੀ ਨਹੀਂ ਕੋਲ। ਇਹ ਸਭ ਤੋਂ ਵੱਡਾ ਦੁੱਖ ਹੈ, ਸਭ ਤੋਂ ਵੱਡਾ ਚਿੜਚਿੜਾਪਣ ਹੈ, ਸਭ ਤੋਂ ਵੱਡਾ ਕ੍ਰੋਧ ਹੈ, ਸਭ ਤੋਂ ਵੱਡਾ ਦੁੱਖ। ਬੁਢੇਪੇ ਦਾ ਸਭ ਤੋਂ ਵੱਡਾ ਦੁੱਖ ਕੀ ਹੈ ਕਿ ਸੰਸਾਰ ਨੂੰ ਭੋਗਣ ਦੀ ਵਾਸ਼ਨਾ ਤੇ ਵੱਧ ਗਈ, 100% ਭੋਗਣ ਵਾਲੀ ਸ਼ਕਤੀ 0 ਤੇ ਆ ਗਈ। ਇਸ ਕਰਕੇ ਕ੍ਰੋਧੀ ਹੋ ਜਾਂਦਾ। ਇਸ ਕਰਕੇ ਦੁੱਖ ਹੈ। ਸਤਿਗੁਰੂ ਕਹਿੰਦੇ ਤੂੰ ਉਹਨਾਂ ਦੀ ਵੀ ਗੱਲ ਜਾਣਨਾ ਹੈ ਜਿਹੜੇ ਇਹਨਾਂ ਬਿਰਤੀਆਂ ਵਿੱਚ ਰਹਿੰਦੇ ਹਨ, ਪ੍ਰੇਤ ਨੇ ਜਾਂ ਪ੍ਰੇਤਾਂ ਵਾਲੀ ਬਿਰਤੀ ਵਾਲੇ ਮਨੁੱਖ ਨੇ, ਉਹਨਾਂ ਨੂੰ ਤੂੰ ਜਾਣਨਾ ਹੈ। ਤੇ ਪਰਮ ਜੁਗਤੇ ਤੇਰੇ ਕੋਲ ਜੁਗਤ ਬੜੀ ਵੱਡੀ ਹੈ। ਫਿਰ ਕਹਿੰਦੇ ਨਮੋ ਨਿਤ ਨਾਰਾਇਣੇ। ਨਾਰਾਇਣ ਦੇ ਅਰਥ ਨੇ ਸਾਫ ਧੁੱਪਿਆ ਹੋਇਆ ਪ੍ਰੇਮ। ਗੰਗਾ ਵਰਗਾ ਜਿਵੇਂ ਪਾਣੀ ਹੈ, ਉਹ ਸ਼ਕਤੀ ਜਿਹੜੀ ਮਾਇਆ ਰੂਪ ਹੈ,
हे माया रूप अकाल पुरख स्वामी जिहदे विच बड़ा रस है, तेनू नमस्कार है। तू सुखदाई बड़ा है, माया दे राही तू जीव नू सुख भी बड़ा देना है। पर तेरी इस शक्ति नू माया नू जेड़ा फड़ लैंदा ते तेनू भुला देंदा है, ਉਹਦੇ वास्ते तू की हो जाना है, कहंदे करूर कर्मे, ਉਹਦੇ वास्ते तू करूर कर्म धारण कर लेना। करूर का मतलब हुंदा भयानक। तेरे कर्म बड़े भयानक ने। जदों तू किते सृष्टि नू लय करना है, ਉਹਨੂੰ ਵੇਖਣਾ बड़ा मुश्किल है, ਉਹਨੂੰ ਵੇਖਣਾ बड़ा औखा है। जदों किते तुसीं वेखिया ना सुनामी लहरां आउंदियां, कोई होर घटना वापरदी है, वेखिया जांदा उसनूं। तेनू नमस्कार है, तेरे कर्म इन्ने जबरदस्त ने, तेरे हत्थां विच इन्नी शक्ति है, ताकत है कि तू जिधर नूं उंगल हिलाना है, तेरे कर्म वेख के बंदा कंब जाता है। इन्ना शक्तिशाली, इन्ना ताकतवर, इन्नी शक्ति है तेरे विच, तू इन्ना वजन वाला है। भाई साहब भाई राम कौर सिंह जी जिहड़े गुरु गोबिंद सिंह महाराज जी दे अनिन्न सिख सन, और एक ऐसी शख्सियत ने जिन्हां ने गुरु गोबिंद सिंह सच्चे पातशाह जी नूं गुरता गद्दी ते जदों बिठाया सी ते बिल्कुल छोटे सन, क्योंकि इस घर की एक प्रथा मर्यादा रही है कि जदों अगले गुरु साहब गुरता गद्दी ते बहिंदे सन, उन्हां नूं जिहड़ा वो मर्यादा सी जिहनूं तिलक लाउणा कहंदे सन, ये मर्यादा चलती रही। वो जिहड़ी इस घर द्वारा निभाई जाती सी। पहलां तां 6 पातशाहियां तक बाबा बुढ़ा जी करते रहे, अगों उन्हां दे परिवार विचों बाबा गुरदित्ता जी ये सारे करते रहे। तो जदों कलगियां वाले पातशाह का वक्त आया, उदों समा आ गया सी बाबा राम कौर सिंह ते अजे बच्चे सन 5-6 साल दे। सतगुरु तां उस वेले तकरीबन 9-10 साल दे सन, कलगीधर पातशाह। तो वो मर्यादा पूरी करनी सी, थोड़ा जिहा मत्थे नूं अंगूठा छुआना सी, वो रंग जिहा ला के। तां भाई राम कौर सिंह जी दे चाचे ने उन्हां नूं गोद विच चुकिया मर्यादा निभाउण लई, क्योंकि छोटे सन। सतगुरु बैठे सन ते भाई राम कौर सिंह जी नूं इशारा किया उन्हां दे चाचे ने भी तू हुण मत्थे नूं हथ ला, तेरा ये तेरी ड्यूटी मर्यादा बाबे बुढ़े दे परिवार विचों। कहंदे जदों भाई राम कौर सिंह जी ने बचपन विच अपने गुरु नूं कलगियां वाले दे मत्थे नूं अंगूठा लाया ना, मर्यादा तिलक दिता, अंगूठे दे विचों दी इन्नी तेज रस दी चरनाट उन्हां दे शरीर विच गई कि सारा शरीर नाम नाल भरिया गया, रस नाल भरिया गया। वो गुरु जी दे पैरां नूं हथ लाना भी कह लो भी खाली नहीं सी जांदा, मत्थे नूं हथ लाना तो बहुत दूर। मस्तक नूं हथ छुआया तो शरीर सारा रस नाल भरिया गया। कहंदे ने इत्थों तक सीमित नहीं रहा, जिन्हें चुक्या होया सी गोद विच वो भी विचे बलेटिया गया, वो भी नाम नाल भरिया गया। ਉਹਦੇ ਤੇ भी वर्खा हो गई, कृपा दी रहमत हो गई। ये बाद विच कलगियां वाले दे अनिन्न सेवक रहे ने। तो मैं गल कर रहा सी करूर कर्मे, रब नाल प्यार करिए तो प्यार बड़ा करदा है। तुसीं वेखिया होवेगा नरसिंह रूप परमात्मा दा, हरनाक्ष दुष्ट हर मारिया प्रहलाद तराया। हरनाक्ष दा पुत्र प्रहलाद रब नूं जपदा सी, जदों मारन दे नेड़े आया उहदा पिता भी क्यों जपना। और ये प्रचलित है गल कि परमात्मा बड़ा प्यार करन वाला है, पर जदों प्रहलाद नूं तलवार लैके कतल करन लगा उहदा पिता हरनाक्ष, थंब दे विचों पाड़ के अकाल पुरख दा करूर रूप जिहड़ा प्रगट हो गया, गुस्से वाला बड़ा करूर स्वरूप, अखां विचों अंगियार, चेहरा बड़ा भयानक, हथ विच वड्डे वड्डियां उंगलां ते नाखून नौ, है तो भी रब दा रूप सी। जदों बाहर निकलिया उन्हें हरनाक्ष नूं फड़ लिया गले तो, कहन लगे आ
ਤੂੰ ਹੁਣ ਤੱਕ ਮੈਨੂੰ ਇਹ ਜਾਣਿਆ ਬਈ ਇਹ ਬੜਾ ਪਿਆਰ ਕਰਨ ਵਾਲਾ, ਅੱਜ ਤੈਨੂੰ ਮੈਂ ਵਿਖਾ ਦਿਆਂ ਦੂਸਰਾ ਪਾਸਾ ਵੀ। ਪਿਆਰ ਮੈਂ ਬਹੁਤ ਕਰਨਾ। ਪਕੜ ਕੇ ਉਸ ਨਰ ਸਿੰਘ ਰੂਪ ਪਰਮੇਸ਼ਰ ਨੇ ਆਪਣੇ ਪੱਟਾਂ ਤੇ ਰੱਖ ਲਿਆ ਹਰਨਾਕਸ਼ ਨੂੰ। ਪ੍ਰਹਿਲਾਦ ਕੋਲ ਖੜਾ ਸੀ। ਪੇਟ ਦੇ ਉੱਤੇ ਹੱਥ ਮਾਰ ਕੇ ਪੇਟ ਪਾੜ ਕੇ ਆਂਦਰਾਂ ਖਿੱਚ ਕੇ ਬਾਹਰ ਰੱਖ ਦਿੱਤੀਆਂ। ਕਹਿਣ ਲੱਗੇ ਹੁਣ ਮੈਂ ਤੈਨੂੰ ਦਿਖਾ ਹੀ ਦਿਆਂ, ਤੈਨੂੰ ਬੜੇ ਸਾਲ ਹੋ ਗਏ ਨੇ ਕਹਿੰਦਿਆਂ ਨੂੰ ਸਾਧੂਆਂ ਨੂੰ, ਵਿਖਾਓ ਤੁਹਾਡਾ ਰੱਬ ਕਿੱਥੇ ਹੈ। ਅੱਜ ਮੈਂ ਤੈਨੂੰ ਤਸਵੀਰ ਦੱਸ ਹੀ ਦਿਆਂ ਵੀ ਮੇਰੇ ਰੂਪ ਕਿੰਨੇ ਨੇ। ਹਰਨਾਕਸ਼ ਦੀ ਸਮਾਪਤੀ ਕਰ ਦਿੱਤੀ। ਇੰਨਾ ਕਰੂਰ ਚਿਹਰਾ ਕਿ ਜਿਹਦੇ ਵੱਲ ਦੇਖਿਆ ਨਹੀਂ ਸੀ ਜਾਂਦਾ। ਪਰ ਜਦੋਂ ਉਹ ਹੀ ਚਿਹਰਾ, ਉਹ ਹੀ ਨਰ ਸਿੰਘ ਜਦੋਂ ਭਗਤ ਪ੍ਰਹਿਲਾਦ ਵੱਲ ਆਇਆ ਨਾ, ਪ੍ਰਹਿਲਾਦ ਨੂੰ ਉਸੇ ਰੂਪ ਨੇ ਗਲਵਕੜੀ ਵਿੱਚ ਲੈ ਕੇ ਗੋਦ ਵਿੱਚ ਬਿਠਾ ਲਿਆ। ਤੇ ਨਹੁੰ ਤੇ ਵੱਡੇ ਸਨ, ਉਹ ਤੇ ਫੇਰ ਨਹੀਂ ਸਨ ਸਕਦੇ ਮੂੰਹ ਤੇ। ਜੀਭ ਨਾਲ ਪ੍ਰਹਿਲਾਦ ਦਾ ਮੂੰਹ ਚੁੰਮਿਆ, ਜੀਭ ਨਾਲ ਉਹਦਾ ਮੂੰਹ ਚੱਟਿਆ, ਸਾਰਾ ਸਰੀਰ ਚੱਟਿਆ ਨਰ ਸਿੰਘ ਨੇ ਪ੍ਰਹਿਲਾਦ ਦਾ। ਪਿਆਰ ਵਿੱਚ ਆ ਗਏ। ਇੱਕੋ ਵਕਤ ਉਹ ਕਰੂਰ ਵੀ ਬੜਾ ਹੈ, ਜੇ ਕੋਈ ਨਾ ਸਮਝਿਆ ਤੇ ਕਰੂਰ ਵੀ ਬੜਾ ਹੈ, ਤੇ ਪਿਆਰ ਕਰਨ ਵਾਲਿਆਂ ਨੂੰ ਚੱਟਣ ਤੱਕ ਚਲਾ ਜਾਂਦਾ ਹੈ। ਪਿਆਰ ਨਾਲ ਚੱਟਦਾ ਹੈ। ਜਨ ਨਾਨਕ ਪ੍ਰੀਤ ਸਾਧ ਪੱਗ ਚਾਟੈ। ਸਾਧ ਦੇ ਅਰਥ ਨੇ ਸਿੱਖ, ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ, ਮੈਂ ਆਪਣੇ ਸਿੱਖ ਦੇ ਪੈਰ ਚੱਟਣ ਵਾਸਤੇ ਤਿਆਰ ਹਾਂ। ਕਿੰਨਾ ਪਿਆਰ ਹੋਵੇਗਾ। ਚੱਟਦਾ ਕੌਣ ਹੈ? ਸਰੀਰ ਨੂੰ। ਸਿਰਫ ਮਾਂ ਚੱਟਦੀ ਆਪਣੇ ਬੱਚੇ ਨੂੰ, ਹੋਰ ਨਹੀਂ। ਇਹ ਤੇ ਬਿਰਤੀ ਪਸ਼ੂਆਂ ਵਿੱਚ ਵੀ ਹੈ। ਜਦੋਂ ਪਸ਼ੂ ਆਪਣੇ ਬੱਚੇ ਨੂੰ ਜਨਮ ਦਿੰਦੇ ਨੇ, ਭਾਵੇਂ ਕਿੰਨਾ ਮੈਲਾ ਹੁੰਦਾ ਹੈ, ਉਹਨਾਂ ਦੀ ਮਾਂ ਉਹਨੂੰ ਚੱਟਦੀ ਹੈ, ਉਸ ਮੈਲੇ ਨੂੰ ਖਤਮ ਕਰਦੀ ਚੱਟ ਕੇ। ਮੋਹ ਹੈ, ਬੜਾ ਡੂੰਘਾ ਰਿਲੇਸ਼ਨ ਹੈ ਮਾਂ ਤੇ ਬੱਚੇ ਦਾ, ਭਗਤ ਦਾ ਤੇ ਪਰਮਾਤਮਾ ਦਾ। ਪਰਮਾਤਮਾ ਵੀ ਜਦੋਂ ਆਪਣੇ ਭਗਤ ਤੇ ਬਹੁਤਾ ਪ੍ਰੇਮੀ ਹੋ ਜਾਂਦਾ ਹੈ, ਉਹਦੇ ਗੁਨਾਹਾਂ ਨੂੰ ਚੱਟ ਕੇ ਖਤਮ ਕਰ ਦਿੰਦਾ ਹੈ, ਸਮਾਪਤੀ ਕਰ ਦਿੰਦਾ, ਉਹਨੂੰ ਪਾਪਾਂ ਨੂੰ ਨਸ਼ਟ ਕਰ ਦਿੰਦਾ। ਜਨ ਨਾਨਕ ਪ੍ਰੀਤ ਸਾਧ ਪੱਗ ਚਾਟੈ। ਜਦੋਂ ਗੁਰੂ ਰਾਮਦਾਸ ਜੀ ਸਿੱਖ ਤੇ ਖੁਸ਼ ਹੁੰਦੇ ਨੇ, ਉਹਦੇ ਜੀਵਨ ਦੇ ਪਾਪਾਂ ਨੂੰ ਨਸ਼ਟ ਕਰ ਦਿੰਦੇ, ਸਮਾਪਤ ਕਰ ਦਿੰਦੇ। ਇਹ ਉਹਦਾ ਕਰੂਰ ਕਰਮ ਹੈ। ਇਸ ਲਈ ਕਲਗੀਧਰ ਪਾਤਸ਼ਾਹ ਕਹਿੰਦੇ, ਕਰੂਰ ਕਰਮੇ ਇਹ ਤੇਰੇ ਵਿੱਚ ਕ੍ਰੋਧ ਸਵਰੂਪ ਹੈ। ਨਮੋ ਪ੍ਰੇਤ ਅਪਰੇਤ। ਪ੍ਰੇਤਾਂ ਦੀਆਂ ਬਿਰਤੀਆਂ ਵਾਲੇ ਮਨੁੱਖਾਂ ਵਿੱਚ ਵੀ ਤੇਰਾ ਹੀ ਪਸਾਰਾ ਹੈ, ਉਹਨਾਂ ਨੂੰ ਤੂੰ ਜਾਣਦਾ। ਅਪਰੇਤ ਤੇ ਜਿਹੜੇ ਪ੍ਰੇਤ ਬਿਰਤੀਆਂ ਤੋਂ ਉੱਚੇ ਨੇ। ਅਪਰੇਤ ਦਾ ਮਤਲਬ ਜਿਨ੍ਹਾਂ ਨੂੰ ਸੰਸਾਰ ਦੀ ਪਕੜ ਨਹੀਂ, ਚੰਬੜ ਨਹੀਂ ਹੈ, ਜੋ ਤੇਰੇ ਗਲੇ ਨਾਲ ਚੰਬੜੇ ਹੋਏ ਨੇ, ਉਹਨਾਂ ਨੂੰ ਕਹਿੰਦੇ ਅਪਰੇਤ। ਉਹਨਾਂ ਦੇ ਵਿੱਚ ਵੀ ਤੇਰਾ ਹੀ ਨਿਵਾਸ ਹੈ। ਸਹਿਬ ਕਹਿੰਦੇ ਦੇਵੇ ਸੋ ਧਰਮੇ। ਤੂੰ ਦੇਵ ਸਵਰੂਪ, ਚਾਨਣ ਰੂਪ ਹੈ, ਧਰਮ ਦਾ ਨਿਯਮ ਦਾ ਸਵਰੂਪ ਹੈ। ਫਿਰ ਕਹਿੰਦੇ ਨਮੋ ਰੋਗ ਹਰਤਾ। ਤੂੰ ਆਪਣੇ ਪਿਆਰ ਕਰਨ ਵਾਲਿਆਂ ਦੇ ਰੋਗਾਂ ਨੂੰ ਨਸ਼ਟ ਕਰ ਦੇਣਾ ਹੈ, ਉਹਨਾਂ ਦੇ ਰੋਗਾਂ ਦੀ ਸਮਾਪਤੀ ਕਰ ਦੇਣਾ ਹੈ, ਉਹਨਾਂ ਦੇ ਰੋਗਾਂ ਦਾ ਖਾਤਮਾ ਕਰ ਦੇਣਾ ਹੈ। ਰੋਗਾਂ ਨੂੰ ਹਟਾਉਣ ਵਾਲਾ ਹੈ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ। ਰਾਖਤ ਹੈ ਆਪਨੋ ਕਰ ਦੈ ਕਰ ਪਾਪ ਸਮੂਹ ਨ ਭੇਟਣ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪਟ ਬੀਜ ਬਚਾਵੈ। ਨਮੋ ਰੋਗ ਹਰਤਾ ਨਮੋ ਰਾਗ ਰੂਪੇ। ਰਾਗ ਕਹਿੰਦੇ ਪ੍ਰੇਮ ਨੂੰ। ਤੂੰ ਪ੍ਰੇਮ ਸਵਰੂਪ ਹੈ, ਪਿਆਰ ਕਰਨ ਵਾਲਾ। ਕਹਿੰਦੇ ਨਮੋ ਸ਼ਾਹ ਸ਼ਾਹੰ। ਤੂੰ ਸ਼ਾਹਾਂ ਦਾ ਸ਼ਾਹ ਹੈ। ਨਮੋ ਭੂਪ ਭੂਪੇ। ਰਾਜਿਆਂ ਦਾ ਰਾਜਾ ਹੈ, ਬੜਾ ਸ਼ਕਤੀਸ਼ਾਲੀ ਹੈ। ਇਸ ਤਰ੍ਹਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਇਹ ਸਾਰੀ ਵਿਆਖਿਆ ਹਜ਼ੂਰ ਕਰਦੇ ਨੇ ਅਕਾਲ ਪੁਰਖ ਦੇ ਗੁਣਾਂ ਦੀ। 55 ਨੰਬਰ ਤੱਕ ਵਿਆਖਿਆ ਗੁਰੂ ਕਿਰਪਾ ਦੁਆਰਾ ਆਪ ਜੀ ਨੇ ਸਰਵਣ ਕੀਤੀ ਹੈ।